39 साल पहला श्री दरबार साहब अमृतसर ते फौजां वालों हमला करके उत्थे अंदर ਜਿਹੜੇ लोग छुपे हुए सी जिन्हां नूं हथियारबंद कहा जाता सी और उन्हां ते दोष लाया गया सी कि वो देश के खिलाफ एक लड़ाई जिहड़ी आ लड़ रहे ने। अंदर किलाबंदी सी, संत जरनैल सिंह पिंडरांवाले सी, शुबेग सिंह, अमरीक सिंह ते उन्हां दे नाल बहुत सारे होर साथी। असल विच ये ऑपरेशन ब्लू स्टार 10 जून तक नहीं चलिया, ये असल विच 3 नवंबर 1984 तक चलिया, ਜਦੋਂ ਦਿੱਲੀ ਦੇ ਵਿੱਚ 31 ਅਕਤੂਬਰ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਸਿੱਖ ਕਤਲੇਆਮ ਉੱਥੇ ਹੁੰਦਾ ਹੈ। ਸਿੱਖ ਕਮਿਊਨਿਟੀ ਦੇ ਵਿੱਚ ਜਿਹੜੇ ਸਾਡੇ ਉਸ ਟਾਈਮ ਦੀ ਲੀਡਰਸ਼ਿਪ ਸੀ, ਜੋ ਉਹਨਾਂ ਨੇ ਸੋਚਿਆ ਸੀ ਕਿ ਉਹ ਅਚੀਵ ਕੀਤਾ, ਕਿ ਸਿੱਖੀ ਵਧੀ। ਜਿਹੜਾ ਉਸ ਟਾਈਮ ਇਹ ਸੀ ਕਿ ਸਾਡੇ ਕੋਲ ਆਪਣੀ ਸਟੇਟ ਨਹੀਂ ਹੈ, ਅਸੀਂ ਇੱਕ ਐਸੀ ਕੌਮ ਆ ਕਿ ਉਹ ਸਟੇਟ ਵੱਲ ਨੂੰ ਅਸੀਂ ਥੋੜ੍ਹਾ ਬਹੁਤ ਵਧੇ। वड़ैया साहब जे मीडिया अपना प्रॉपर रोल अदा करता तो अज उसका इतिहास थोड़ा अलग होना सी, वखरा होना सी। मीडिया ने उदों जड़ा है डिवाइड जड़ा है हो गया है ना, हिंदी पंजाबी च डिवाइड हो गया, हिंदू सिख च डिवाइड हो गया है ना। ऑपरेशन ब्लू स्टार तो बाद कोई मजहबी जनून नहीं भड़किया, कोई दंगे नहीं होए हिंदुओं के नाल। अज जिहड़ी नफरत है वो उहदे नालों ज़्यादा खड़ी है। जे किते वो घटना ना हुई हुंदी इंडियन स्टेट के प्रसंग च देखिए तो गोदरा भी नहीं सी होना कि 1 जून 1984 ਨੂੰ फौजां ਜਿਹੜੀਆਂ ਨੇ ਉਹ मूव कर गई सी ਵੱਖ-ਵੱਖ देश के ਵੱਖ-ਵੱਖ हिस्सों चों, पर लोगों ਨੂੰ पता नहीं सी लग रहा कि फौजां मूव क्यों कर रही ने। 3 तरीक ते 4 तरीक ਨੂੰ पूरी तैयारी ਹੁੰਦੀ ਰਹੀ और 5 तरीक की शाम ਨੂੰ ਜਿਹੜਾ ਉਹ ਹਮਲਾ ਸ਼ੁਰੂ ਕਰ ਦਿੱਤਾ ਗਿਆ। ਸਾਰੀ ਰਾਤ ਜਿਹੜਾ ਚੱਲਿਆ, ਦਰਬਾਰ ਸਾਹਿਬ ਤੇ ਅਟੈਕ ਹੋਇਆ, ਅਕਾਲ ਤਖਤ ਤੇ ਅਟੈਕ ਹੋਇਆ। D5 ਚੈਨਲ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਡੇ ਦਰਸ਼ਕਾਂ ਦੀ ਪੁਰਜੋਰ ਮੰਗ ਦੇ ਉੱਤੇ ਸਾਨੂੰ ਵਾਰ-ਵਾਰ ਉਹਨਾਂ ਦੇ ਕਹਿਣ ਦੇ ਉੱਤੇ ਕਿ ਤੁਸੀਂ ਸ਼ਾਮ ਦਾ ਕੋਈ ਪ੍ਰੋਗਰਾਮ ਸ਼ੁਰੂ ਕਰੋ। ਇਸੇ ਤਰ੍ਹਾਂ ਸਾਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੇ ਵਿੱਚੋਂ ਵੀ ਆਇਆ ਕਿ ਤੁਸੀਂ ਕੋਈ ਸਵੇਰ ਦਾ ਪ੍ਰੋਗਰਾਮ ਸ਼ੁਰੂ ਕਰ ਲਓ ਜਿਹੜਾ ਉਹਨਾਂ ਤੱਕ ਕੋਈ ਜਾਣਕਾਰੀ ਵਧੀਆ ਲੈ ਕੇ ਜਾ ਸਕੇ। ਸੋ ਅਸੀਂ ਆਪਣੇ ਦਰਸ਼ਕਾਂ, ਆਪਣੇ ਵਿਸ਼ਲੇਸ਼ਕਾਂ ਤੇ ਆਪਣੇ ਸਾਥੀਆਂ ਦੀ ਰਾਏ ਨੂੰ ਮੰਨਦਿਆਂ ਹੋਇਆਂ 5 ਜੂਨ ਤੋਂ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਪੰਜਾਬ ਡਿਬੇਟ। ਇਸ ਪ੍ਰੋਗਰਾਮ ਨੂੰ ਅਸੀਂ ਹਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸ਼ਾਮੀ 6 ਵਜੇ ਤੋਂ 7 ਵਜੇ ਤੱਕ ਲਾਈਵ ਬ੍ਰੌਡਕਾਸਟ ਕਰਿਆ ਕਰਾਂਗੇ, ਜਿਹਦੇ ਵਿੱਚ ਅਸੀਂ ਸਮਾਜਿਕ ਮੁੱਦੇ ਲਿਆ ਕਰਾਂਗੇ, ਧਾਰਮਿਕ, ਰਾਜਨੀਤਿਕ, ਵਿਦਿਅਕ, ਭਾਵ ਕਿ ਜੋ ਵੀ ਤੁਹਾਡੇ ਨਾਲ ਸੰਬੰਧਿਤ ਕੋਈ ਸਮੱਸਿਆਵਾਂ ਨੇ ਜਾਂ ਜਿੱਥੇ ਸਾਨੂੰ ਲੱਗਦਾ ਹੈ ਕਿ ਅਸੀਂ ਸਪਸ਼ਟ ਤੌਰ ਤੇ ਕੁਝ ਮੁੱਦਿਆਂ ਦੇ ਉੱਤੇ ਸਾਹਮਣੇ ਸਾਡੀਆਂ ਸਰਕਾਰਾਂ ਨਹੀਂ ਆ ਰਹੀਆਂ, ਸਾਡੀ ਰਾਜਨੀਤੀ ਕਿਤੇ ਸਾਨੂੰ ਉਲਝਾ ਰਹੀ ਹੈ, ਜਾਂ ਸਾਡੇ ਸਮਾਜਿਕ ਮੁੱਦੇ ਆ ਜਿੱਥੇ ਸਾਨੂੰ ਕੁਝ ਓਪੀਨੀਅਨ ਬਣਾਉਣ ਦੀ ਲੋੜ ਹੈ, ਲੋਕਾਂ ਨੂੰ ਜੋੜਨ ਦੀ ਲੋੜ ਹੈ, ਤਾਂ ਉਹਨਾਂ ਮੁੱਦਿਆਂ ਦੇ ਉੱਤੇ ਅਸੀਂ ਗੱਲ ਕਰਿਆ ਕਰਾਂਗੇ। ਅੱਜ ਦਾ ਇਹ ਸਾਡਾ ਵਿਸ਼ੇਸ਼ ਪ੍ਰੋਗਰਾਮ ਇੱਕ ਕਰਟਨ ਰੇਜ਼ਰ ਦੇ ਤੌਰ ਤੇ ਹੈ ਔਰ ਇਹਦੇ ਵਿੱਚ ਅਸੀਂ ਸਾਡੇ ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਵਾਬਸਤਾ ਨੇ, ਸਮਾਜਿਕ ਵਿਗਿਆਨ ਨਾਲ ਜੁੜੇ ਹੋਏ ਆ। ਇਸੇ ਤਰ੍ਹਾਂ ਕਰਮ ਬਰਸਟ ਜੋ ਕਿ ਲੰਮਾ ਸਮਾਂ ਸਪੋਰਟਸ ਅਥਾਰਟੀ ਨਾਲ ਜੁੜੇ ਹੋਏ ਆ, ਪਟਿਆਲੇ ਦੇ NIS ਵਿੱਚ ਸਰਵਿਸ ਕੀਤੀ ਹੈ ਉਹਨਾਂ ਨੇ, ਔਰ ਰਾਜਨੀਤਿਕ ਵਿਸ਼ਲੇਸ਼ਕ ਜਿਹੜੇ ਬਹੁਤ ਵਧੀਆ ਨੇ, ਬਹੁਤ ਸਮਾਜ ਨੂੰ ਬੜਾ ਚੰਗਾ ਤਰ੍ਹਾਂ ਸਮਝਦੇ ਆ। ਪ੍ਰੋਫੈਸਰ ਭੁਪਿੰਦਰ ਸਿੰਘ ਬਤਰਾ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦੇ ਨੇ, ਉਹਨਾਂ ਨੇ ਲੰਮਾ ਸਮਾਂ ਵਿਦਿਆਰਥੀਆਂ ਨੂੰ ਪੱਤਰਕਾਰੀ ਪੜ੍ਹਾਈ ਹੈ। ਪੱਤਰਕਾਰੀ ਦੇ ਵਿੱਚ ਕੀ ਕੁਝ ਹੋ ਰਿਹਾ, ਕਿਵੇਂ ਅੱਜ ਦੀ ਪੱਤਰਕਾਰੀ ਹੈ, ਇਹੋ ਜਿਹੇ ਵਿਸ਼ਿਆਂ ਤੇ ਗੱਲ ਕਰਾਂਗੇ। ਤੇ ਅੱਜ ਅਸੀਂ ਵਿਸ਼ੇਸ਼ ਤੌਰ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਸਾਰੇ ਹੀ ਵਿਸ਼ਲੇਸ਼ਕਾਂ ਨੂੰ ਜੀ ਆਇਆਂ ਕਹਿੰਦੇ ਆ ਸਾਡੇ ਦਰਸ਼ਕਾਂ ਵੱਲੋਂ। ਸੋ ਭੱਟੀ ਸਾਹਿਬ, ਬਰਸਟ ਸਾਹਿਬ ਤੇ ਬਤਰਾ ਸਾਹਿਬ, ਤੁਹਾਨੂੰ ਜੀ ਆਇਆਂ, ਕਿਉਂਕਿ ਇਹ ਦਿਨ ਜਿਹੜੇ ਜੂਨ ਦੇ ਹੁੰਦੇ ਆ, ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਜਿੱਥੇ ਜਿੱਥੇ ਪੰਜਾਬੀ ਤੇ ਸਿੱਖ ਬੈਠੇ ਹੋਏ ਆ, ਉਹਨਾਂ ਦੇ
ਮਨਾਂ ਦੇ ਵਿੱਚ ਜਿਹੜਾ ਇੱਕ ਜ਼ਖਮ ਅੱਜ ਤੋਂ 39 ਸਾਲ ਪਹਿਲਾਂ ਹੋਇਆ ਸੀ, ਉਹ ਹਮੇਸ਼ਾ ਟਸ ਕਰਦਾ ਰਹਿੰਦਾ। ਔਰ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਆ ਕੇ ਉਸ ਦੀ ਟਸ ਵੱਧ ਜਾਂਦੀ ਹੈ। 39 ਸਾਲ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਫੌਜਾਂ ਵੱਲੋਂ ਹਮਲਾ ਕਰਕੇ ਉੱਥੇ ਅੰਦਰ ਜਿਹੜੇ ਲੋਕ ਛੁਪੇ ਹੋਏ ਸੀ, ਜਿਨ੍ਹਾਂ ਨੂੰ ਹਥਿਆਰਬੰਦ ਕਿਹਾ ਜਾਂਦਾ ਸੀ, ਔਰ ਉਹਨਾਂ ਤੇ ਦੋਸ਼ ਲਾਇਆ ਗਿਆ ਸੀ ਕਿ ਉਹ ਦੇਸ਼ ਦੇ ਖਿਲਾਫ ਇੱਕ ਲੜਾਈ ਜਿਹੜੀ ਆ ਉਹ ਲੜ ਰਹੇ ਨੇ। ਅੰਦਰ ਕਿਲ੍ਹਾਬੰਦੀ ਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੀ, ਸ਼ੁਬੇਗ ਸਿੰਘ, ਅਮਰੀਕ ਸਿੰਘ ਤੇ ਉਹਨਾਂ ਦੇ ਨਾਲ ਬਹੁਤ ਸਾਰੇ ਹੋਰ ਸਾਥੀ। ਇਹ ਫੈਕਟਸ ਸਾਡੇ ਸਾਹਮਣੇ ਆਉਂਦੇ ਆ, ਤੱਥ ਆਉਂਦੇ ਆ ਕਿ ਅੰਦਰ ਸਰਕਾਰ ਨੂੰ ਜਿਹੜੀ ਜਾਣਕਾਰੀ ਮਿਲੀ ਸੀ ਕਿ ਉਹ ਇਹ ਸੀ ਕਿ 100 ਤੋਂ ਲੈ ਕੇ 200-250 ਤੱਕ ਲੋਕ ਅੰਦਰ ਹਥਿਆਰਬੰਦ ਨੇ, ਉਹਨਾਂ ਨੇ ਕਿਲ੍ਹਾਬੰਦੀ ਕੀਤੀ ਹੋਈ ਆ। ਔਰ ਉਹਨਾਂ ਨੂੰ ਸਾਂਭਣ ਦੇ ਲਈ, ਫੜਨ ਦੇ ਲਈ, ਕਿਉਂਕਿ ਅੰਦਰ ਬਹੁਤ ਤਕੜੇ ਹਥਿਆਰ ਸੀ ਇੰਟੈਲੀਜੈਂਸ ਏਜੰਸੀਆਂ ਦੇ ਮੁਤਾਬਕ, ਸੋ 19 ਟੁਕੜੀਆਂ, ਫੌਜਾਂ, ਰੈਜੀਮੈਂਟ ਵੱਖ-ਵੱਖ ਕਿਸਮ ਦੀਆਂ, ਜਿਹਦੇ ਵਿੱਚ ਪੰਜਾਬ ਪੁਲਿਸ ਵੀ ਸ਼ਾਮਲ ਸੀ, CRPF, BSF ਤੇ ਫੌਜ ਦੀਆਂ ਟੁਕੜੀਆਂ, ਉਹਨਾਂ ਨੇ 1 ਜੂਨ ਤੋਂ ਲੈ ਕੇ 10 ਜੂਨ ਤੱਕ ਪੰਜਾਬ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਕੀਤਾ। ਅਸਲ ਵਿੱਚ ਇਹ ਆਪਰੇਸ਼ਨ ਬਲੂ ਸਟਾਰ 10 ਜੂਨ ਤੱਕ ਨਹੀਂ ਚੱਲਿਆ, ਇਹ ਅਸਲ ਵਿੱਚ 3 ਨਵੰਬਰ 1984 ਤੱਕ ਚੱਲਿਆ, ਜਦੋਂ ਦਿੱਲੀ ਦੇ ਵਿੱਚ 31 ਅਕਤੂਬਰ ਨੂੰ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਸਿੱਖ ਕਤਲੇਆਮ ਉੱਥੇ ਹੁੰਦਾ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਆਪਰੇਸ਼ਨ ਬਲੂ ਸਟਾਰ ਇੱਕ ਬੜਾ ਲੰਮਾ ਆਪਰੇਸ਼ਨ ਰਿਹਾ। ਬਹੁਤ ਕੁਝ ਅਸੀਂ ਖੱਟਿਆ ਤੇ ਅਸੀਂ ਗਵਾਇਆ। ਕੀ ਅਸੀਂ ਖੱਟ ਲਿਆ, ਕੀ ਗਵਾਇਆ, ਇਹ ਬੜੇ ਸਵਾਲ ਹੁਣ ਤੱਕ ਬਣੇ ਆ। ਪਰ ਇਹ ਹੈ ਕਿ ਬਹੁਤ ਸਾਰੀਆਂ ਜਾਨਾਂ, ਜਿਹੜੀਆਂ ਸਰਕਾਰੀ ਅੰਕੜੇ ਆ ਉਹ ਤਾਂ ਬਹੁਤ ਥੋੜ੍ਹੀਆਂ ਦੱਸਦੇ ਨੇ ਕਿ ਜਾਨਾਂ ਗਈਆਂ, ਉਹ ਤਾਂ ਇਹ ਕਹਿੰਦੇ ਆ ਕਿ ਕੋਈ 500 ਬੰਦੇ ਮਾਰੇ ਗਏ, ਇਸ ਤੋਂ ਨਾਲ ਹੋਰ ਹੋ ਸਕਦੇ ਆ 40-50। ਪਰ ਜੋ ਲੋਕਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਉਹ ਕਹਿੰਦੇ ਨੇ ਕਿ 3000 ਤੋਂ ਲੈ ਕੇ 10,000 ਤੱਕ ਮੌਤਾਂ ਜਿਹੜੀਆਂ ਇਸ ਸਮੇਂ ਦੇ ਦੌਰਾਨ ਹੋਈਆਂ। ਕੁਲਦੀਪ ਨਈਅਰ ਹੋਣੀ ਜਿਹੜੇ ਉਹ ਜ਼ਿਕਰ ਕਰਦੇ ਆ ਕਿ ਜਿਵੇਂ ਸਰਕਾਰ ਕਹਿੰਦੀ ਹੈ ਕਿ 83 ਫੌਜੀ ਜਿਹੜੇ ਆ ਉੱਥੇ ਮਾਰੇ ਗਏ, ਪਰ ਕੁਲਦੀਪ ਨਈਅਰ ਆਪਣੀ ਕਿਤਾਬ ਦੇ ਵਿੱਚ 700 ਫੌਜੀ ਦੱਸਦੇ ਆ। ਇਹ ਫੈਕਟਸ ਨੇ, ਇਹਨਾਂ ਬਾਰੇ ਅਸੀਂ ਬੜੀਆਂ ਗੱਲਾਂ ਕਰ ਚੁੱਕੇ ਹੋਏ ਹਾਂ। ਪਰ ਗੱਲ ਇਹ ਹੈ ਕਿ 39 ਸਾਲ ਪਹਿਲਾਂ ਹੋਏ ਉਸ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਅੱਜ ਅਸੀਂ ਕਿੱਥੇ ਖੜੇ ਹਾਂ, ਅਸੀਂ ਕੀ ਕੁਝ ਸਿੱਖਿਆ। ਤੁਸੀਂ ਵੇਖ ਚੁੱਕੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਪਾਲ ਇੱਕ ਲਹਿਰ ਚੱਲੀ ਔਰ ਉਸ ਦੇ ਕਈ ਪੱਖ ਜਿਹੜੇ ਸਾਹਮਣੇ ਆਏ, ਔਰ ਉਹਦੀ ਕਲਮੀਨੇਸ਼ਨ, ਉਹਦਾ ਐਂਡ ਇਹ ਹੋਇਆ ਕਿ ਅੰਮ੍ਰਿਤਪਾਲ, ਉਹਦੇ ਸਾਥੀ ਅੱਜ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਉੱਤੇ NSA ਲੱਗੀ ਹੋਈ ਹੈ। ਸੋ ਇਹ ਸਮੁੱਚੇ ਵਰਤਾਰੇ ਤੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤੇ ਡਾਕਟਰ ਭੱਟੀ, ਅਸੀਂ ਤੁਹਾਨੂੰ ਜਾਣਨਾ ਚਾਹਾਂਗੇ ਕਿਉਂਕਿ ਤੁਸੀਂ ਲੰਮਾ ਸਮਾਂ ਵਿਦਿਆਰਥੀ ਸੰਘਰਸ਼ ਨਾਲ, ਸਮਾਜਿਕ ਸੰਘਰਸ਼ ਨਾਲ ਜੁੜੇ ਰਹੇ ਹੋ, ਸਮਾਜ ਨੂੰ ਬੜੇ ਚੰਗੇ ਢੰਗ ਨਾਲ ਸਮਝਦੇ ਹੋ, ਤੁਸੀਂ ਸਮਾਜ ਵਿਗਿਆਨ ਵਿਭਾਗ ਦੇ ਹੈੱਡ ਵੀ ਰਹੇ ਹੋ, ਬਹੁਤ ਸਾਰੀ ਖੋਜਾਂ ਕੀਤੀਆਂ ਨੇ। ਇਹਨਾਂ 39 ਸਾਲਾਂ ਬਾਅਦ ਅੱਜ ਪੰਜਾਬ, ਪੰਜਾਬੀ ਤੇ ਸਿੱਖ ਕਿੱਥੇ ਖੜੇ ਹੋਏ? ਬੜਾ ਸਾਹਿਬ ਦੇਖੋ, ਕਈ ਤਰੀਕੇ ਹੁੰਦੇ ਨੇ ਹਿਸਟੋਰੀਕਲ ਘਟਨਾਵਾਂ ਨੂੰ ਦੇਖਣ ਦੇ। ਮੈਂ ਥੋੜਾ ਜਿੰਨਾ ਬਰੀਫ ਹੀ ਰੱਖੂੰਗਾ ਉਸ ਗੱਲ ਦੇ ਵਿੱਚ ਕਿ ਅਸੀਂ ਆਮ ਤੌਰ ਤੇ ਜਦੋਂ ਵੀ ਕੋਈ ਪ੍ਰੋਜੈਕਟ ਹਿਊਮਨ ਬੀਇੰਗਸ ਨੂੰ ਅਸੀਂ ਪਸ਼ੂਆਂ ਤੋਂ ਤਾਂ ਵੱਖਰਾਉਂਦੇ ਹਾਂ ਕਿ ਅਸੀਂ ਜੋ ਕੁਝ ਕਰਦੇ ਹਾਂ ਸੋਚ ਸਮਝ ਕੇ ਕਰਦੇ ਹਾਂ ਜੀ। ਸਾਨੂੰ ਕਿਸੇ ਹੱਦ ਤੱਕ ਅੰਦਾਜ਼ਾ ਹੁੰਦਾ ਹੈ ਕਿ ਕੀ ਸਿੱਟੇ ਨਿਕਲਣਗੇ। ਅਸੀਂ ਜਦੋਂ ਕਰ ਚੁੱਕਦੇ ਹਾਂ ਬਾਅਦ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕੀ ਉਹੀ ਸਿੱਟੇ ਨਿਕਲੇ ਜਿਹੜੇ ਅਸੀਂ ਸੋਚੇ ਸੀ ਜੀ। ਅਸੀਂ ਬਲੂ ਸਟਾਰ ਨੂੰ ਹਰ ਸਾਲ ਯਾਦ ਕਰ ਲੈਂਦੇ ਹਾਂ, ਜਿਸ ਤਰ੍ਹਾਂ ਮੁਸਲਮਾਨ ਤਾਜ਼ੀਆਂ ਨੂੰ ਕਰਦੇ ਨੇ, ਸਾਰੀਆਂ ਕੌਮਾਂ ਕਰਦੀਆਂ ਨੇ ਆਪਣੇ ਆਪਣੇ ਦੁੱਖ ਦੀਆਂ ਘੜੀਆਂ। ਇਵੇਂ ਹੀ ਇੰਡੀਅਨ ਸਟੇਟ ਹੈ ਜਿਹੜੀ, ਉਹ ਵੀ ਇਹਨੂੰ ਇੱਕ ਤਰੀਕੇ ਦੇ ਨਾਲ ਯਾਦ ਕਰਦੀ ਹੈ। ਉਹ ਤੋਂ ਬਾਅਦ ਅਸੀਂ 84 ਦੇ ਜਿਹੜਾ ਵੀ ਮਤਲਬ ਜੀਨੋਸਾਈਡ ਕਹਿ ਲਓ, ਨਸਲ ਘਾਤ ਕਹਿ ਲਓ, ਉਹ ਹੋਈ ਦਿੱਲੀ ਦੇ ਵਿੱਚ, ਉਹਨੂੰ ਵੀ ਉਵੇਂ ਯਾਦ ਕਰਦੇ ਸੀ। ਮਸਲਾ ਸੋਚਣ ਦਾ ਇਹ ਹੈ, ਜੇ ਇਸ ਨੂੰ ਬਰੋਡ ਮੈਨਕਾਈਂਡ ਦੇ ਵਿੱਚ ਹਿਊਮਨ ਟ੍ਰੈਜਡੀ ਦੇ ਤੌਰ ਤੇ ਦੇਖੀਏ ਕਿ ਇੰਡੀਅਨ ਸਟੇਟ ਹੈ ਜਿਹੜੀ, ਉਹ ਡੀਜਨਰੇਟ ਹੋਈ। ਉਹਨਾਂ ਨੇ ਡੀਜਨਰੇਟ ਹੋ ਕੇ ਇੱਕ ਖਾਸ ਕਿਸਮ ਦੇ ਜਿਹੜੇ ਕਰਮ ਤੱਤ ਸੀ ਉਹਨਾਂ ਨੂੰ ਵਰਤਣ ਦੀ ਲਾਲਸਾ ਦੇ ਨਾਲ ਪਹਿਲਾਂ ਪ੍ਰਮੋਟ ਕੀਤਾ ਤਾਂ ਕਿ ਜਿਹੜੇ ਮੋਡਰੇਟ ਨੇ ਉਹ ਡਾਊਨ ਹੋ ਜਾਣ। ਉਸ ਨੂੰ ਉਹਨਾਂ ਨੇ ਅਲਟੀਮੇਟ ਆਪਣੀ ਸਿਆਸਤ ਦੇ ਲਈ ਯੂਜ਼ ਕੀਤਾ। ਪਰ ਇਹ ਫੈਕਟ ਹੁਣ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਨੇ, ਬਹੁਤ ਸਾਰੇ ਰਾਹ ਦੇ, IB ਦੇ ਜਿਹੜੇ ਏਜੰਟ ਸ਼ਾਮਲ ਸੀ ਜਿਨ੍ਹਾਂ ਨੇ ਹਥਿਆਰ ਅੰਦਰ ਪਹੁੰਚਾਏ ਸੀ, ਉਹਨਾਂ ਨੇ ਵੀ ਲਿਖਤਾ ਹੈ। ਸੋ ਬਹੁਤ ਸਾਰੇ ਸਾਡੇ ਲੋਕ ਜਾਣਬੁੱਝ ਕੇ, ਬਹੁਤ ਸਾਰੇ ਜ਼ਿਆਦਾ ਵੱਡੀ ਗਿਣਤੀ 'ਚ ਅਣਜਾਣੇ ਦੇ ਵਿੱਚ ਧਾਰਮਿਕ ਭਾਵਨਾਵਾਂ ਦੇ ਵਹਿਣ 'ਚ ਪਹਿਲਾਂ ਉਹ ਚੱਕੀਆਂ ਗਈਆਂ, ਭੜਕਾਈਆਂ ਗਈਆਂ, ਫਿਰ ਉਹ ਸਿੱਟੇ ਉਹ ਆਪਣੇ ਸਾਹਮਣੇ ਨੇ ਜੋ ਕਿ ਨਿਕਲੇ। ਮੈਂ ਉਹਦੀ
ਜਿਹੜੀ ਡਿਟੇਲ 'ਚ ਨਹੀਂ ਜਾਂਦਾ। ਆਪਾਂ ਇਹ ਸੋਚੀਏ ਕਿ ਇੰਡੀਅਨ ਸਟੇਟ ਨੇ ਜੋ ਸੋਚਿਆ ਸੀ ਕਿ ਉਹ ਅਚੀਵ ਹੋਇਆ। ਕਾਂਗਰਸ ਪਾਰਟੀ ਦਾ ਰਾਜ ਇਸ ਘਟਨਾ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਖਤਮ ਹੋਣਾ ਸ਼ੁਰੂ ਹੋਇਆ ਔਰ ਉਹਦੇ ਤੋਂ ਵੀ ਵੱਧ ਵੱਡਾ ਖਤਰਨਾਕ ਰਾਜ ਸਾਡੇ ਸਾਹਮਣੇ ਹੈ, ਜਿਹੜਾ ਧਾਰਮਿਕ ਜਨੂੰਨ ਦੇ ਉੱਪਰ ਖੜਾ ਹੈ। ਸਿੱਖ ਕਮਿਊਨਿਟੀ ਦੇ ਵਿੱਚ ਜਿਹੜੇ ਸਾਡੇ ਉਸ ਟਾਈਮ ਦੀ ਲੀਡਰਸ਼ਿਪ ਸੀ, ਜੋ ਉਹਨਾਂ ਨੇ ਸੋਚਿਆ ਸੀ ਕਿ ਉਹ ਅਚੀਵ ਕੀਤਾ, ਕਿ ਸਿੱਖੀ ਵਧੀ। ਜਿਹੜਾ ਉਸ ਟਾਈਮ ਇਹ ਸੀ ਕਿ ਸਾਡੇ ਕੋਲ ਆਪਣੀ ਸਟੇਟ ਨਹੀਂ ਹੈ, ਅਸੀਂ ਇੱਕ ਐਸੀ ਕੌਮ ਆ, ਕਿ ਉਹ ਸਟੇਟ ਵੱਲ ਨੂੰ ਅਸੀਂ ਥੋੜ੍ਹਾ ਬਹੁਤ ਵਧੇ, ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ 'ਚ ਸਿੱਖੀ ਦਾ ਕਿਹੜਾ ਰੂਪ ਪ੍ਰਗਟ ਹੋਇਆ, ਕਿ ਸਿੱਖੀ ਦੀ ਰੂਹਾਨੀਅਤ ਵਧੀ, ਇਨਸਾਨੀਅਤ ਵਧੀ, ਕਿ ਜਾਂ ਸਾਡੇ ਅੰਦਰ ਹੋਰ ਹੈਵਾਨੀਅਤ ਵਧੀ। ਇਹ ਚੀਜ਼ਾਂ ਇਸ ਪ੍ਰਸੰਗ ਦੇ ਵਿੱਚ ਦੇਖਣ ਦੀ ਜ਼ਰੂਰਤ ਹੈ। ਅਸੀਂ 39 ਸਾਲ ਤੋਂ ਥੱਲੇ ਗਏ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕੋਈ ਮਜ਼ਹਬੀ ਜਨੂੰਨ ਨਹੀਂ ਭੜਕਿਆ, ਕੋਈ ਦੰਗੇ ਨਹੀਂ ਹੋਏ ਹਿੰਦੂਆਂ ਦੇ ਨਾਲ। ਅੱਜ ਜਿਹੜੀ ਨਫ਼ਰਤ ਹੈ ਉਹ ਉਹਦੇ ਨਾਲੋਂ ਜ਼ਿਆਦਾ ਖੜੀ ਹੈ। ਜੇ ਕਿਤੇ ਉਹ ਘਟਨਾ ਨਾ ਹੋਈ ਹੁੰਦੀ ਇੰਡੀਅਨ ਸਟੇਟ ਦੇ ਪ੍ਰਸੰਗ 'ਚ ਦੇਖੀਏ ਤਾਂ ਗੋਧਰਾ ਵੀ ਨਹੀਂ ਸੀ ਹੋਣਾ। ਇਹ ਸੀ ਕਿ ਮਿਨੋਰਟੀ ਦੇ ਵਿੱਚ ਤੁਸੀਂ ਜਿਹੜੇ ਗਰਮ ਤੱਤ ਨੇ ਉਹਨਾਂ ਨੂੰ ਖੜੇ ਕਰਕੇ ਮਿਨੋਰਟੀ ਨੂੰ ਡੈਮੋਨਾਈਜ਼ ਕਰਕੇ ਮੈਜੋਰਟੀ ਨੂੰ ਡਰਾ ਕੇ ਉਹਦੀ ਵੋਟ ਲਾਓ। ਅੱਜ ਅਸੀਂ ਉਹਦੇ ਤੋਂ ਹੋਰ ਥੱਲੇ ਪਹੁੰਚ ਚੁੱਕੇ ਹਾਂ, ਇੰਡੀਅਨ ਸਟੇਟ ਵੀ ਤੇ ਸਾਡੀ ਸਿੱਖ ਕਮਿਊਨਿਟੀ ਵੀ। ਸੋ ਅਸੀਂ ਮਨੁੱਖੀ ਤੌਰ ਤੇ ਮੈਨਕਾਈਂਡ ਦੇ ਤੌਰ ਤੇ ਇਹਦੇ ਚੋਂ ਸਬਕ ਨਹੀਂ ਸਿੱਖ ਰਹੇ। ਯਾਦ ਅਸੀਂ ਕਰ ਲੈਂਦੇ ਹਾਂ, ਅਸੀਂ ਆਪਣੇ ਜ਼ਖਮਾਂ ਨੂੰ ਯਾਦ ਕਰ ਲੈਂਦੇ ਹਾਂ, ਸਟੇਟ ਆਪਣੀਆਂ ਪ੍ਰਾਪਤੀਆਂ ਜਾਂ ਘਾਟਾਂ ਜੋ ਵੀ ਹੈ ਉਹਨੂੰ ਯਾਦ ਕਰ ਲੈਂਦੇ ਨੇ। ਕਿਤੇ ਵੀ ਇਹ ਤੋਂ ਉੱਪਰ ਉੱਠ ਕੇ ਮੈਨੂੰ ਕੋਈ ਨਜ਼ਰ ਨਹੀਂ ਆਈ ਦੋਨੇ ਪਾਸੇ ਲੀਡਰਸ਼ਿਪ ਨਾਲ ਸਟੇਟ ਦੇ ਵਿੱਚ। ਮਤਲਬ ਅਸੀਂ ਸਬਕ ਨਹੀਂ ਸਿੱਖੇ 39 ਸਾਲਾਂ ਬਾਅਦ। ਨਾ ਸਟੇਟ ਸਿੱਖੀ ਹੈ, ਨਾ ਸਾਡੀ ਰਾਜਨੀਤੀ ਸਿੱਖੀ ਹੈ, ਨਾ ਸਾਡੇ ਲੋਕ ਸਿੱਖੇ ਹੈ, ਬਲਕਿ ਭੜਕਾਇਆ ਗਿਆ। ਬਰਸਟ ਸਾਹਿਬ, ਤੁਸੀਂ ਵੀ ਉਸੇ ਹੀ ਦੌਰ ਚੋਂ ਲੰਘੇ ਹੋਏ ਹੋ। ਆਪਾਂ ਸਾਰੇ ਉਸ ਦੌਰ ਨੂੰ ਵੇਖਿਆ ਹੋਇਆ ਸਾਰਿਆਂ ਨੇ, ਕਿਉਂਕਿ ਬਰਸਟ ਸਾਹਿਬ, ਬਤਰਾ ਸਾਹਿਬ, ਮੈਂ ਅਸੀਂ ਕਲਾਸ ਫੈਲੋ ਹੀ ਸੀ। ਭੱਟੀ ਸਾਹਿਬ ਸਾਡੇ ਨਾਲ ਹੀ ਵਿਭਾਗ ਸੀ ਸਮਾਜ ਵਿਗਿਆਨ, ਉੱਥੇ ਸੀਗੇ ਉਸ ਵਕਤ। ਬਰਸਟ ਸਾਹਿਬ, ਅਸੀਂ ਖਾਲਿਸਤਾਨ ਬਾਰੇ ਅਕਸਰ ਸੁਣਦੇ ਰਹਿੰਦੇ ਹਾਂ ਔਰ ਇਹ ਮੂਵਮੈਂਟ ਕੁਝ ਸਮੇਂ ਬਾਅਦ ਜਿਹੜੀ ਹੈ ਨਾ, ਕੁਝ ਪਹਿਲਾਂ ਦਬ ਜਾਂਦੀ ਹੈ ਫਿਰ ਖੜੀ ਹੋ ਜਾਂਦੀ ਹੈ। ਹੁਣ ਜਿਉਂ ਹੀ ਅੰਮ੍ਰਿਤਪਾਲ ਹੋਣਾ ਦਾ ਇੱਥੇ ਆ ਕੇ ਪ੍ਰਗਟ ਹੁੰਦੇ ਆ ਤੇ ਉਹ ਆਪਣੀ ਇੱਕ ਵਹੀਰ ਚਲਾਉਂਦੇ ਆ, ਅੰਮ੍ਰਿਤ ਪ੍ਰਚਾਰ ਦੀ ਗੱਲ ਕਰਦੇ ਆ ਤੇ ਫਿਰ ਉਹ ਮੁੱਦਿਆਂ ਨੂੰ ਪੰਜਾਬ ਦੇ ਮੁੱਦਿਆਂ ਨਾਲ ਜੋੜ ਲੈਂਦੇ ਆ, ਸਿੱਖਾਂ ਦੇ ਮੁੱਦਿਆਂ ਨਾਲ ਜੋੜ ਲੈਂਦੇ ਆ, ਸਿੱਖਾਂ ਦੇ ਨਾਲ ਹੋਏ ਧੱਕਿਆਂ ਨਾਲ ਜੋੜ ਲੈਂਦੇ ਆ। ਤੇ ਇਸੇ ਟਾਈਮ ਹੀ ਵਿਦੇਸ਼ਾਂ ਦੇ ਵਿੱਚੋਂ ਖਾਲਿਸਤਾਨ ਮੂਵਮੈਂਟ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਕਿਤੇ ਅਨਾਉਂਸਮੈਂਟ ਹੋ ਜਾਂਦੀ ਹੈ ਜੀ, ਜੇ ਪੰਜਾਬ ਦੇ ਵਿੱਚ ਤੁਸੀਂ ਕਿਸੇ ਸੈਕਟਰੀਏਟ ਤੇ ਝੰਡਾ ਚਲਾ ਦਿਓ ਤੇ ਤੁਹਾਨੂੰ $1000 ਦਿੱਤਾ ਜਾਊਗਾ, ਜੇ ਤੁਸੀਂ ਫਲਾਣੇ ਥਾਂ ਤੇ ਇੰਜ ਕਰ ਦਿਓ, ਕੁਰਕਸ਼ੇਤਰ 'ਚ ਕਰ ਦਿਓ ਜਾਂ ਇਲੈਕਸ਼ਨਾਂ ਦੇ ਦੌਰਾਨ ਇੰਜ ਕਰ ਦਿਓ ਤੇ ਤੁਹਾਨੂੰ $1 ਮਿਲੀਅਨ ਜਿਹੜੇ ਆ ਉਹ ਦਿੱਤੇ ਜਾਏਗੇ। ਹਾਲਾਂਕਿ ਪਤਾ ਲੱਗਿਆ ਕਿ ਕਿਸੇ ਨੂੰ ਅੱਜ ਤੱਕ ਨਹੀਂ ਮਿਲਿਆ ਔਰ ਨਾ ਹੀ ਇਹੋ ਜਿਹੇ ਲਾਲਚ ਵਿੱਚ ਆਉਣਾ ਚਾਹੀਦਾ। ਔਰ ਕਿਸੇ ਬੀਬੀ ਨੇ, ਮੈਨੂੰ ਯਾਦ ਹੈ, ਸੋਸ਼ਲ ਮੀਡੀਆ ਤੇ ਗੱਲ ਕਹੀ ਸੀ, ਕਿਉਂਕਿ ਜਦੋਂ ਵਿਦੇਸ਼ਾਂ ਵਿੱਚ ਬੈਠ ਕੇ ਖਾਲਿਸਤਾਨ ਦੀ ਗੱਲ ਹੁੰਦੀ ਆ ਤਾਂ ਉਹ ਖਾਲਿਸਤਾਨ ਦੀ ਗੱਲ ਦਾ ਪ੍ਰਭਾਵ ਵਿਦੇਸ਼ਾਂ ਦੇ ਵਿੱਚ ਨਹੀਂ ਹੁੰਦਾ, ਉਹ ਪੰਜਾਬ ਦੇ ਵਿੱਚ ਹੁੰਦਾ, ਅੰਮ੍ਰਿਤਸਰ ਦੇ ਵਿੱਚ ਹੁੰਦਾ, ਪਟਿਆਲੇ ਦੇ ਵਿੱਚ ਹੁੰਦਾ, ਜਲੰਧਰ ਵਿੱਚ ਹੁੰਦਾ, ਦਿੱਲੀ 'ਚ ਹੁੰਦਾ, ਹਰਿਆਣੇ 'ਚ ਹੁੰਦਾ। ਤੁਹਾਨੂੰ ਕੀ ਲੱਗਦਾ ਕਿ ਇਹੋ ਜਿਹੀਆਂ ਮੂਵਮੈਂਟਾਂ ਜਦੋਂ ਸ਼ੁਰੂ ਹੁੰਦੀਆਂ ਨੇ ਤੇ ਵਿੱਚ ਦੂਸਰੇ ਲੋਕ ਆ ਕੇ ਆਪਣੀ ਗੱਲ ਸ਼ੁਰੂ ਕਰ ਦਿੰਦੇ ਆ? ਜਿਵੇਂ ਬੀਬੀ ਨੇ ਕਿਹਾ ਕਿ ਤੁਸੀਂ ਬਾਹਰ ਬੈਠੇ ਤੇ ਖਾਲਿਸਤਾਨ ਦੀ ਗੱਲ ਕਰਦੇ ਹੋ, ਇਨਾਮ ਦੇਣ ਦੀ ਗੱਲ ਕਰਦੇ ਹੋ, ਤੇ ਖਾਲਿਸਤਾਨ ਬਣਾਉਣਾ ਕਿੱਥੇ ਹੈ? ਤੁਸੀਂ ਕੈਨੇਡਾ 'ਚ। ਜੇ ਤੁਸੀਂ ਬਣਾਉਣਾ ਖਾਲਿਸਤਾਨ ਤਾਂ ਪੰਜਾਬ 'ਚ ਹੀ ਬਣਨਾ ਹੈ ਨਾ, ਇਸ ਖਿੱਤੇ 'ਚ ਬਣਨਾ ਹੈ, ਤੇ ਫਿਰ ਇੱਥੇ ਆ ਕੇ ਗੱਲ ਕਰੋ। ਤੁਸੀਂ ਉੱਥੇ ਬੈਠ ਕੇ ਬਿਆਨ ਦਿੰਦੇ ਹੋ, ਸਾਡੇ ਮੁੰਡਿਆਂ ਨੂੰ ਕਿਉਂ ਮਰਵਾਈ ਜਾਂਦੇ ਹੋ? ਕਿਵੇਂ ਵੇਖਦੇ ਹੋ ਇਸ ਸਾਰੀ ਸਥਿਤੀ ਨੂੰ? ਇਹ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਪਟਿਆਲਾ ਸਾਹਿਬ। ਮੈਂ ਸੋਚਦਾ ਕਿ ਜਿਹੜਾ ਖਾਲਿਸਤਾਨ ਦਾ ਕਨਸੈਪਟ ਅਸਲ 'ਚ ਤੇ ਉਦੋਂ ਹੀ ਸ਼ੁਰੂ ਹੋ ਜਾਂਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1969 ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਜੀ, ਤੇ ਸਾਡੀ ਅਰਦਾਸ ਦਾ ਵੀ ਹਿੱਸਾ ਬਣ ਗਿਆ ਹੈ ਬਾਅਦ 'ਚ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਬਾਹਰ ਹੋਏ ਸਭ ਮਿਲੇਗਾ, ਬਚੇ ਸ਼ਰਨ ਜੋ ਹੋਏ ਜੀ। ਇੱਕ ਸਾਡੀ ਸਾਈਕੀ 'ਚ ਬਿਠਾ ਦਿੱਤਾ ਗਿਆ ਕਿ ਸਿੱਖ ਇੱਕ ਕੌਮ ਹੈ। 1969 'ਚ ਖਾਲਸਾ ਪੰਥ ਵੱਖਰਾ ਬਣ ਗਿਆ ਤੇ ਹੁਣ ਇਹਦਾ ਮਤਲਬ ਕਿ ਰਾਈਟ ਹੈ ਉਹ ਇਸ ਦੁਨੀਆ ਤੇ ਰਾਜ। ਪਰ ਇਹ ਸਮੇਂ ਤੇ ਉੱਠਦੀ ਰਹੀ ਹੈ ਕਿ ਖਾਸ ਕਰਕੇ ਰਾਮ ਸਿੰਘ ਕੂਕਾ ਉਹਨਾਂ ਦੇ ਵੇਲੇ, ਉਸ ਤੋਂ ਬਾਅਦ 1920 ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਇਕੱਠੇ ਬਣਦੇ ਆ, ਉਦੋਂ ਤੋਂ ਵੀ ਇਹ ਛੋਟੇ ਛੋਟੇ ਵਿਚਾਰ ਆਉਂਦੇ ਪ੍ਰਗਟ ਜਿਹੜੇ ਨੇ। ਤੇ ਸਭ ਤੋਂ ਵੱਡੀ ਗੱਲ ਹੈ 1947 ਵਿੱਚ ਜਦੋਂ ਪਾਕਿਸਤਾਨ ਤੇ ਭਾਰਤ ਦੀ ਵੰਡ ਹੋਈ
ਤਾਂ ਉਦੋਂ ਵੀ ਮਾਸਟਰ ਤਾਰਾ ਸਿੰਘ ਨੇ ਸਵਾਲ ਉਠਾਇਆ ਕਿ ਜੇ ਤੁਸੀਂ ਦੋ ਕੌਮਾਂ ਦੇ ਆਧਾਰ ਤੇ ਦੇਸ਼ ਦੀ ਵੰਡ ਕਰਨੀ ਆ ਤਾਂ ਸਾਨੂੰ ਸਿੱਖਾਂ ਨੂੰ ਵੀ ਕੋਈ ਵੱਖਰਾ ਖਿੱਤਾ ਮਿਲਣਾ ਚਾਹੀਦਾ। ਮਤਲਬ ਇਹ ਇੱਕ ਲੰਮਾ ਪ੍ਰਸੰਗ, ਲੰਮਾ ਇਤਿਹਾਸ ਆ। ਸਿੱਖਾਂ ਅੰਦਰ ਇੱਕ ਬੀਜ ਬੀਜਿਆ ਗਿਆ ਕਿ ਸਿੱਖ ਇੱਕ ਵੱਖਰੀ ਕੌਮ ਹੈ ਤੇ ਇਹਨਾਂ ਨੂੰ ਵੀ ਰਾਜ ਕਰਨ ਦਾ ਉਨਾ ਹੀ ਅਧਿਕਾਰ ਹੈ ਜਿੰਨਾ ਕਿ ਹਿੰਦੂਆਂ ਤੇ ਮੁਸਲਮਾਨਾਂ ਨੂੰ ਕਰਦੇ ਜੀ। ਤੇ ਪਰ ਹੁਣ ਜਦੋਂ ਆਪਾਂ 1984 ਵਿੱਚ ਆਉਂਦੇ ਆ ਤਾਂ ਇਸ ਤੋਂ ਪਹਿਲਾਂ ਜੋ 1976 ਵਿੱਚ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਗਿਆ ਤਾਂ ਉਹਦੇ ਵਿੱਚ ਵੀ ਇੱਕ ਪਾਇਆ ਗਿਆ ਕਿ ਸਿੱਖਾਂ ਨੂੰ ਇੱਕ ਅਜਿਹਾ ਖਿੱਤਾ ਚਾਹੀਦਾ ਹੈ ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ। ਇਸੇ ਗੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਅੰਦੋਲਨ ਸ਼ੁਰੂ ਕੀਤੇ। ਬੇਸ਼ੱਕ 1978 ਚ ਆ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਆਪਣੀ ਧਾਰਾ ਵਿੱਚੋਂ ਕੱਢ ਦਿੱਤੀ ਕਿ ਸਾਨੂੰ ਇੱਕ ਵੱਖਰਾ ਖਿੱਤਾ ਚਾਹੀਦਾ ਜਿੱਥੇ ਸਿੱਖ ਆਪਣੇ ਆਜ਼ਾਦੀ ਦਾ ਨਿੱਘ ਮਾਣ ਸਕਣ, ਪਰ ਕੁਝ ਤੱਕੇ ਅਨਸਰਾਂ ਨੇ ਇਸ ਅਨੰਦਪੁਰ ਸਾਹਿਬ ਦੇ ਮਤੇ ਦਾ ਇੱਕ ਇਹ ਪਹਿਰਾ ਉਹਨੂੰ ਇੰਨਾ ਉਭਾਰਿਆ ਬਾਅਦ 1984 ਤੱਕ ਕਿ ਸਿੱਖਾਂ ਨੂੰ ਮਤਲਬ ਕਿ ਇੱਕ ਵੱਖਰਾ ਖਿੱਤਾ ਜ਼ਰੂਰ ਹੀ ਚਾਹੀਦਾ ਤਾਂ ਜੋ ਉਹ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣ। ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਹੁਣ ਜਿਹੜਾ ਭਾਰਤ ਆ ਜਾਂ ਪੰਜਾਬ ਆ ਜਾਂ ਪੂਰੀ ਦੁਨੀਆ ਕਹਿ ਲਈਏ ਕਿ ਉਸ ਤਰ੍ਹਾਂ ਦੀ ਇੱਕ ਰਾਜਨੀਤਿਕ ਬਣਤਰ ਨਹੀਂ ਹੈ ਜਿਹੋ ਜਿਹੀ ਮਹਾਰਾਜਾ ਰਣਜੀਤ ਸਿੰਘ ਵੇਲੇ ਹੁੰਦੀ ਸੀ ਜਾਂ ਜਿਹੋ ਜਿਹੀ ਅੰਗਰੇਜ਼ਾਂ ਵੇਲੇ ਹੁੰਦੀ ਸੀ। 1947 ਤੋਂ ਬਾਅਦ ਇੱਥੇ ਬਹੁਤ ਸਾਰੀਆਂ ਚੇਂਜਿਸ ਆਈਆਂ ਨੇ, ਤਬਦੀਲੀਆਂ ਆਈਆਂ ਨੇ। ਸੋ ਕਾਲਡ ਡੈਮੋਕ੍ਰੇਟ ਸਿਸਟਮ ਵੀ ਲਾਗੂ ਕੀਤਾ ਗਿਆ। ਇਹਦੇ ਵਿੱਚ ਕਿਸੇ ਹਥਿਆਰਬੰਦ ਸੰਘਰਸ਼ ਰਾਹੀਂ ਰਾਜ ਪ੍ਰਾਪਤ ਕਰਨਾ ਇਹ ਸੰਭਵ ਨਹੀਂ ਹੈ, ਮੁਮਕਿਨ ਨਹੀਂ। ਜੇ ਇਹ ਗੱਲ ਸਿੱਖ ਲੀਡਰਸ਼ਿਪ ਨੇ ਸਮਝੀ ਹੁੰਦੀ ਤਾਂ ਨਾ ਤਾਂ 1978 ਵਾਲੀ ਘਟਨਾ ਵਾਪਰਨੀ ਸੀ ਜੀ, ਨਿਰੰਕਾਰ ਤੇ ਅਕਾਲੀਆਂ ਵਾਲਾ ਝਗੜਾ, ਤੇ ਨਾ ਹੀ 1984 ਵਾਪਰਨਾ ਸੀ, ਤੇ ਨਾ ਹੀ ਨਵੰਬਰ 1984 ਦੇ ਦੰਗੇ ਹੋਣੇ। ਸੋ ਇਸ ਕਰਕੇ ਸਾਨੂੰ ਮਤਲਬ ਕਿ ਸਿੱਖ ਇਤਿਹਾਸ ਨੂੰ ਇੱਕ ਪ੍ਰੋਪਰ ਪ੍ਰਸੰਗ ਵਿੱਚ ਸਮਝਣ ਦੀ ਜਾਂਚ ਨਹੀਂ ਆਈ ਅਜੇ ਤੱਕ ਵੀ। ਅਸੀਂ ਇੱਕ ਆਈਡੀਆ ਫੜ ਕੇ ਬਹਿ ਜਾਂਦੇ ਹਾਂ। ਗੁਰੂ ਗੋਬਿੰਦ ਸਿੰਘ ਨੇ ਇਹ ਕੀਤਾ ਸੀ, ਗੁਰੂ ਹਰਗੋਬਿੰਦ ਸਿੰਘ ਨੇ ਇਹ ਕੀਤਾ ਸੀ, ਅਕਾਲ ਤਖ਼ਤ ਦੀ ਰਚਨਾ ਕੀਤੀ ਸੀ, ਉਸ ਤੋਂ ਬਾਅਦ ਮਤਲਬ ਬੰਦਾ ਸਿੰਘ ਬਹਾਦਰ ਨੇ ਇਹ ਕੀਤਾ ਸੀ। ਪਰ ਅਸੀਂ ਅੱਜ ਦੇ ਸੰਦਰਭ ਵਿੱਚ ਇਹ ਸੋਚ ਨਹੀਂ ਪਾਉਂਦੇ ਕਿ ਅੱਜ ਅਸੀਂ ਕਰਨਾ ਕੀ, ਇੱਕ ਵੱਖਰੀ ਸਟੇਟ ਦਾ ਕਿ ਕਰਾਂਗੇ ਕੀ, ਵੱਖਰੀ ਸਟੇਟ ਦਾ ਨੈਣ ਨਕਸ਼ ਕੀ ਹੋਣਗੇ, ਕੀ ਹੋਊਗਾ ਉਹਦਾ ਰਾਜਨੀਤੀ। ਅਸੀਂ ਉੱਥੇ ਲੋਕਾਂ ਨੂੰ ਮਿਨੋਰਟੀ ਨੂੰ ਕੀ ਹੱਕ ਦੇਵਾਂਗੇ, ਮੈਜੋਰਟੀ ਦੇ ਕੀ ਹੱਕ ਹੋਣਗੇ, ਹੈ ਨਾ ਜੀ। ਸੋ ਇਸ ਕਰਕੇ ਸਾਨੂੰ ਮਤਲਬ ਇਹ ਇਤਿਹਾਸ ਦੀ ਜਦੋਂ ਅਸੀਂ ਵਿਆਖਿਆ ਕਰਦੇ ਹਾਂ ਉਸ ਵਿਆਖਿਆ ਨੂੰ ਸਾਨੂੰ ਮੁੜ ਕੇ ਦੁਬਾਰਾ ਸੋਚਣਾ ਚਾਹੀਦਾ ਕਿ ਅਸੀਂ ਕਰ ਰਹੇ ਹਾਂ ਗਲਤ। ਜੀ ਬਰਸਲ ਸਾਹਿਬ, ਤੁਸੀਂ ਵਧੀਆ ਗੱਲ ਕੀਤੀ ਹੈ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ। 1971 ਦੇ ਵਿੱਚ ਆਨੰਦਪੁਰ ਸਾਹਿਬ ਦਾ ਜਿਹੜਾ ਡਰਾਫਟ ਬਣਾਇਆ ਗਿਆ, 72 ਦੇ ਵਿੱਚ, 73 ਦੇ ਵਿੱਚ, ਫਿਰ ਇੱਕ ਕਾਨਫਰੰਸ ਕਰਕੇ ਲੁਧਿਆਣੇ ਦੇ ਵਿੱਚ ਉਹਨੂੰ ਜਿਹੜਾ ਉਹ ਅਪਰੂਵ ਕਰ ਦਿੱਤਾ ਗਿਆ ਕਿ ਅਸੀਂ ਜਿਹੜੇ ਵੱਧ ਅਧਿਕਾਰਾਂ ਦੇ ਲਈ, ਖਾਸ ਤੌਰ ਤੇ ਸਿੱਖਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਲਈ ਲੜਾਂਗੇ। ਪਰ ਅਕਾਲੀ ਦਲ ਨੇ ਤਾਂ 1996 ਦੇ ਵਿੱਚ ਮੋਗਾ ਵਿੱਚ ਜਿਹੜੀ ਕਾਨਫਰੰਸ ਕੀਤੀ ਉਹਦੇ ਵਿੱਚੋਂ ਉਹ ਮੁੱਦਾ ਹੀ ਖਤਮ ਕਰ ਦਿੱਤਾ। ਉਹਨੂੰ ਸਿੱਖਾਂ ਦੀ ਲਹਿਰ ਬਣਾਉਣ ਦੇ ਬਜਾਏ ਇੱਕ ਖਾਸ ਇੱਕ ਖਿੱਤੇ ਦੀ ਲਹਿਰ ਬਣਾਉਣ ਵਾਸਤੇ ਪੰਜਾਬੀਆਂ ਦੀ, ਉਹਨੂੰ ਸਿਰਫ ਪੰਜਾਬੀਆਂ ਤੱਕ ਸੀਮਿਤ ਕਰ ਦਿੱਤਾ। ਤੁਸੀਂ ਅੱਜ ਅਕਾਲੀ ਦਲ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਦਾ ਮੈਂਡੇਟ ਪੜ੍ਹੋ ਤਾਂ ਉਹਦੇ ਵਿੱਚੋਂ ਸਿੱਖ ਸ਼ਬਦ ਖਤਮ ਹੋ ਚੁੱਕਿਆ ਹੋਇਆ, ਜਦੋਂ ਕਿ ਲੋਕ ਇਹ ਸਮਝਦੇ ਆ ਕਿ ਅਕਾਲੀ ਪਾਰਟੀ ਜਿਹੜੀ ਹੈ ਉਹ ਸਿੱਖਾਂ ਦੀ ਨੁਮਾਇੰਦਾ ਹੈ। ਪੰਜਾਬੀਆਂ ਦੀ ਵੀ ਹੈ, ਅਸੀਂ ਇਹ ਨਹੀਂ ਕਹਿੰਦੇ, ਪੰਜਾਬੀਆਂ ਦੀ ਵੀ ਨੁਮਾਇੰਦਾ, ਪਰ ਸਿੱਖ ਸਮਝਦੇ ਕਿ ਸਾਡੇ ਹੱਕਾਂ ਲਈ ਕਦੇ ਉਹ ਇਹ ਲੜ ਸਕਦੇ ਆ ਇਕੱਠੇ ਹੋ ਕੇ। ਪਰ ਹੁਣ ਉਹਨਾਂ ਨੇ ਤਾਂ ਉਹ ਮੈਂਡੇਟ ਹੀ ਕੱਢ ਦਿੱਤਾ। ਆਪਾਂ ਗੱਲ ਕਰਦੇ ਹਾਂ ਇਸ ਸਮੇਂ ਦੇ ਦੌਰਾਨ ਮੀਡੀਆ ਦਾ ਬੜਾ ਵੱਡਾ ਰੋਲ ਰਿਹਾ। ਉਸ ਵਕਤ ਦੂਰਦਰਸ਼ਨ ਹੁੰਦਾ ਸੀ, ਕੋਈ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ, ਕੋਈ ਵਟਸਐਪ ਨਹੀਂ ਸੀ, ਕੋਈ ਕੁਛ ਨਹੀਂ ਸੀ। ਜਾਂ ਦੂਰਦਰਸ਼ਨ ਸੀ ਜਾਂ ਅਖਬਾਰਾਂ ਸੀ। ਉਸ ਵਕਤ ਅਖਬਾਰਾਂ ਦਾ ਉਸ ਵਕਤ ਬੜਾ ਅਜੀਬ ਕਿਸਮ ਦਾ ਰੋਲ ਰਿਹਾ। ਇੱਕ ਅਖਬਾਰ ਦੇ ਉੱਤੇ, ਜਿਵੇਂ ਅਜੀਤ ਅਖਬਾਰ ਦੇ ਉੱਤੇ ਲੱਗਦਾ ਰਿਹਾ ਕਿ ਇਹ ਤਾਂ ਸਿੱਖਾਂ ਦੀ ਅਖਬਾਰ ਹੈ। ਜਗਬਾਣੀ, ਪੰਜਾਬ ਕੇਸਰੀ ਤੇ ਹਿੰਦ ਸਮਾਚਾਰ, ਇਹਨਾਂ ਉੱਤੇ ਦੋਸ਼ ਲੱਗਦਾ ਰਿਹਾ ਕਿ ਤੇ ਹਿੰਦੂਆਂ ਦੀ ਗੱਲ ਕਰਦੇ ਆ, ਜਦੋਂ ਕਿ ਦੋਨੋਂ ਧਿਰਾਂ ਇਹ ਕਲੇਮ ਕਰਦੀਆਂ ਆ ਕਿ ਨਹੀਂ, ਅਸੀਂ ਜਿਹੜੇ ਆ ਉਹ ਪੰਜਾਬੀਆਂ ਦੀ ਗੱਲ ਕਰਦੇ ਹਾਂ। ਹਾਲਾਂਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਅੱਤਵਾਦੀ ਹਮਲਾ ਕਰਦੇ ਸੀ ਤਾਂ ਉਹਦੇ ਵਿੱਚ ਦੱਸਿਆ ਜਾਂਦਾ ਸੀ ਇੰਨੇ ਹਿੰਦੂ ਮਾਰੇ ਗਏ, ਇੰਨੇ ਸਿੱਖ ਮਾਰੇ ਗਏ। ਪਰ ਉਸ ਤੋਂ ਬਾਅਦ ਇਹ ਇੱਕ ਕੋਡ ਲੱਗ ਗਿਆ ਕਿ ਨਹੀਂ, ਤੁਸੀਂ ਇਹ ਨਹੀਂ ਕਹਿਣਾ ਕਿ ਕਿੰਨੇ ਹਿੰਦੂ ਸਿੱਖ ਮਾਰੇ ਗਏ।
ਉਹਨਾਂ ਦਿਨਾਂ ਦੇ ਵਿੱਚ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਬੜਾ ਦੁੱਖ ਹੁੰਦਾ ਜਦੋਂ ਯਾਦ ਕਰਦੇ ਹਾਂ ਕਿ ਪੁੱਛਦੇ ਹੁੰਦੇ ਸੀ, ਜਿਵੇਂ ਅਸੀਂ ਕ੍ਰਿਕਟ ਦਾ ਸਕੋਰ ਪੁੱਛਦੇ ਸੀਗੇ ਤੇ ਲੋਕੀ ਪੁੱਛਦੇ ਸੀ ਅੱਜ ਕਿੰਨਾ ਸਕੋਰ ਹੋਇਆ। ਇਹ ਇਸ ਕਿਸਮ ਦਾ ਇੱਕ ਮੁਹਾਵਰਾ ਬਣ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ, ਜਿਹੜਾ ਬੜਾ ਦੁਖਦਾਈ ਸੀ। ਬਤਰਾ ਸਾਹਿਬ, ਤੁਸੀਂ ਪੱਤਰਕਾਰੀ ਨੂੰ ਪੜ੍ਹਾਇਆ, ਕਿ ਪੱਤਰਕਾਰੀ ਦਾ ਇਸ ਸਮੇਂ ਦੇ ਵਿੱਚ ਰੋਲ ਠੀਕ ਰਿਹਾ ਹੈ? ਕਿਉਂਕਿ ਜਿਹੜਾ ਮੀਡੀਆ ਹੁੰਦਾ ਹੈ ਉਹ ਇੱਕ ਬਹੁਤ ਵੱਡਾ ਰੋਲ ਅਦਾ ਕਰਦਾ, ਓਪੀਨੀਅਨ ਕ੍ਰੀਏਟ ਕਰਦਾ ਹੈ ਔਰ ਬਹੁਤ ਸਾਰੀਆਂ ਧੁੰਦਾਂ ਨੂੰ ਛਾਂਟਦਾ ਹੈ ਉਹ। ਕਿ ਉਸ ਸਮੇਂ ਦੇ ਦੌਰਾਨ, ਕਿਉਂਕਿ ਤੁਹਾਡੇ ਕੋਲੇ ਬੜੀਆਂ ਸਟੱਡੀਜ਼ ਹੋਈਆਂ ਨੇ ਡਿਪਾਰਟਮੈਂਟ ਵਿੱਚ, ਤੁਸੀਂ ਕੀ ਸਮਝਦੇ ਹੋ ਮੀਡੀਆ ਦਾ ਰੋਲ ਉਸ ਵਕਤ ਠੀਕ ਰਿਹਾ ਔਰ ਕੀ ਹੁਣ ਮੀਡੀਆ ਆਪਣਾ ਰੋਲ ਅਦਾ ਕਰਦਾ ਪਿਆ? ਮੈਨੂੰ ਲੱਗਦਾ ਵੜੈਚ ਸਾਹਿਬ, ਜੇ ਮੀਡੀਆ ਆਪਣਾ ਪ੍ਰੋਪਰ ਰੋਲ ਅਦਾ ਕਰਦਾ ਤਾਂ ਅੱਜ ਉਸ ਦਾ ਇਤਿਹਾਸ ਥੋੜਾ ਅਲੱਗ ਹੋਣਾ ਸੀ, ਵੱਖਰਾ ਹੋਣਾ ਸੀ। ਮੀਡੀਆ ਨੇ ਉਦੋਂ ਜਿਹੜਾ ਹੈ ਡਿਵਾਈਡ ਜਿਹੜਾ ਹੈ ਹੋ ਗਿਆ, ਹਨਾ। ਹਿੰਦੀ ਪੰਜਾਬੀ ਚ ਡਿਵਾਈਡ ਹੋ ਗਿਆ, ਹਿੰਦੂ ਸਿੱਖ ਚ ਡਿਵਾਈਡ ਹੋ ਗਿਆ, ਹਨਾ। ਤੇ ਜਿਹੜੇ ਜਗਬਾਣੀ ਨਾਲ ਰਿਲੇਟਿਡ, ਪੰਜਾਬ ਕੇਸਰੀ ਗਰੁੱਪ ਨਾਲ ਰਿਲੇਟਿਡ ਅਖਬਾਰ ਸੀਗੇ, ਉਹ ਹਿੰਦੂਆਂ ਦੀ ਗੱਲ ਕਰਨ ਲੱਗ ਗਏ, ਹਿੰਦੀ ਦੀ ਗੱਲ ਕਰਨ ਲੱਗ ਗਏ, ਪੰਜਾਬੀ ਅਖਬਾਰ ਪੰਜਾਬੀਆਂ ਦੀ ਤੇ ਪੰਜਾਬ ਦੀ ਗੱਲ ਜਿਹੜੀ ਹੈ ਸਿੱਖਾਂ ਦੀ ਗੱਲ ਕਰਨ ਲੱਗ ਗਏ ਜੀ। ਉਦੋਂ ਜਿਸ ਕਿਸਮ ਦੀਆਂ ਖਬਰਾਂ ਪਲਾਂਟ ਕੀਤੀਆਂ ਜਾਂਦੀਆਂ ਰਹੀਆਂ, ਹਨਾ, ਤਾਂ ਉਸ ਚ ਬਾਇਸਡ ਪੱਤਰਕਾਰੀ ਜਿਹੜੀ ਹੈ ਉਹ ਝਲਕਦੀ ਹੈ ਸਾਨੂੰ, ਹਨਾ। ਉਸ ਚ ਨਿਰਪੱਖ ਪੱਤਰਕਾਰੀ ਜਿਹੜੀ ਹੈ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ, ਹਨਾ। ਤੇ ਇਹ ਜਿਹੜਾ ਅਗਰ ਹਿੰਦੂ ਮਾਰਦੇ ਨੇ ਕਿਤੇ ਖਾਲਿਸਤਾਨੀਆਂ ਵੱਲੋਂ, ਤੇ ਉਹਦੇ ਹੈਡਲਾਈਨਸ ਜਿਹੜੇ ਨੇ ਬੜੇ ਅਜੀਬ ਜਿਹੇ ਜਿਹੜੇ ਨੇ ਲਗਾਏ ਜਾਂਦੇ ਸੀਗੇ, ਹਨਾ। ਬਜਾਏ ਕਿ ਟੈਰਰਿਸਟ ਲਿਖਣ ਦੀ ਜਗ੍ਹਾ ਤੇ ਸਿੱਖਾਂ ਨੇ ਜਿਹੜਾ ਹੈ ਉਹ ਕਤਲ ਕੀਤਾ ਹਿੰਦੂਆਂ ਦਾ, ਹਨਾ, ਜਾਂ ਉਸ ਕਿਸਮ ਦੀਆਂ ਜਿਹੜੀਆਂ ਨੇ ਘਟਨਾਵਾਂ, ਇਸ ਕਿਸਮ ਦੀ ਜਿਹੜੀ ਹੈ ਪੱਤਰਕਾਰੀ ਜਿਹੜੀ ਹੈ ਉਹ ਹੁੰਦੀ ਰਹੀ ਹੈ। ਇਸ ਪੱਤਰਕਾਰੀ ਨੇ ਜਿਹੜਾ ਸਾਡਾ ਹਿੰਦੂ ਤੇ ਸਿੱਖਾਂ ਦੇ ਵਿੱਚ ਪਿਆਰ ਸੀਗਾ, ਉਸ ਨੂੰ ਵੀ ਲਗਭਗ ਜਿਹੜਾ ਹੈ ਖਤਮ ਕਰਨ ਚ ਜਿਹੜਾ ਹੈ ਉਸਨੇ ਉਸ ਟਾਈਮ ਦੇ ਵਿੱਚ ਰੋਲ ਅਦਾ ਕੀਤਾ ਹੈ। ਸਾਡੇ ਉਦੋਂ ਕਲਾਸ ਫੈਲੋ ਦੋਸਤ ਜਿਹੜੇ ਨੇ ਬਹੁਤ ਸਾਰੇ ਹਿੰਦੂ ਸੀਗੇ, ਲੇਕਿਨ ਇਸ ਗੱਲ ਤੋਂ, ਇਸ ਹਾਲਾਤ ਨੂੰ ਲੈ ਕੇ ਜਿਹੜੀ ਹੈ ਉਹਨਾਂ ਦੇ ਵਿਚਕਾਰ ਵੀ ਜਿਹੜੀ ਹੈ ਤਲਖੀ, ਇੱਕ ਜਿਹੜੀ ਹੈ ਨਵੀਂ ਕਿਸਮ ਦੀ ਜਿਹੜੀ ਹੈ ਵਿਵਾਦ ਜਿਹੜਾ ਹੈ, ਕਲੈਸ਼ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਰਿਹਾ, ਹਨਾ। ਸੋ ਪੱਤਰਕਾਰੀ ਨੇ, ਮੈਂ ਸਮਝਦਾ ਕਿ ਉਦੋਂ ਕੋਈ ਵਧੀਆ ਰੋਲ ਜਿਹੜਾ ਹੈ ਅਦਾ ਨਹੀਂ ਕੀਤਾ। ਜੇ ਕਿਤੇ ਉਸ ਟਾਈਮ ਨਿਰਪੱਖ ਹੋ ਕੇ ਪੱਤਰਕਾਰੀ ਹਿੰਦੂ ਸਿੱਖਾਂ ਦੇ ਨਾਮ ਦੇ ਉੱਪਰ ਹੈਡਲਾਈਨਸ ਨਾ ਲਗਾਏ ਜਾਂਦੇ ਤੇ ਇਹ ਪਿਆਰ ਵੀ ਬਣਿਆ ਰਹਿਣਾ ਸੀ, ਤੇ ਉਸ ਕਿਸਮ ਦਾ ਜਿਹੜਾ ਹੈ ਅੱਜ ਦਾ ਜਿਹੜਾ ਇਤਿਹਾਸ ਹੈ ਉਹ ਵੀ ਨਹੀਂ ਸੀ ਸਾਨੂੰ ਦੇਖਣ ਚ ਜਿਹੜਾ ਹੈ ਨਜ਼ਰ ਆਣਾ। ਜੇ ਇਕਜੁੱਟ ਹੋ ਕੇ ਜਿਹੜਾ ਹੈ ਲੜਾਈ ਲੜਦੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹਿੰਦੂ ਸਿੱਖ ਤੇ ਅਖਬਾਰਾਂ, ਹਨਾ। ਸੋ ਮੈਂ ਸਮਝਦਾ ਕਿ ਬੜਾ ਵੱਡਾ ਜਿਹੜਾ ਹੈ ਗਲਤ ਰੋਲ ਜਿਹੜਾ ਹੈ ਅਖਬਾਰਾਂ ਨੇ ਜਿਹੜਾ ਹੈ ਪਲੇ ਕੀਤਾ। ਅੱਜ ਵੀ ਜਿਹੜੀਆਂ ਅਖਬਾਰਾਂ ਨੇ ਉਹਨਾਂ 'ਚ ਵੀ ਤੁਸੀਂ ਦੇਖਦੇ ਹੋ ਕਿ ਉਸ ਟਾਈਮ ਤੱਕ ਕੁਝ ਗਿਣਵੀਆਂ ਚੁਣਵੀਆਂ ਅਖਬਾਰਾਂ ਸੀ, ਤੇ ਉਦੋਂ ਜਿਹੜੇ ਉਹਨਾਂ ਦੇ ਪੱਤਰਕਾਰ ਸੀ ਉਹਨਾਂ ਦਾ ਨਾਮ ਵੀ ਹੁੰਦਾ ਸੀ, ਰਿਸਪੈਕਟ ਵੀ ਸੀ। ਲੋਕੀ ਆਪ ਖਬਰਾਂ ਜਿਹੜੀਆਂ ਨੇ ਪੜ੍ਹਦੇ ਸੀਗੇ, ਕਿਤੇ ਇੱਕ ਖਬਰ ਛਪ ਜਾਣੀ ਉਸਨੂੰ ਲੱਭ ਕੇ ਖਬਰਾਂ ਜਿਹੜੀਆਂ ਨੇ ਪੜ੍ਹੀਆਂ ਜਾਂਦੀਆਂ ਸੀ। ਅੱਜ ਇੰਨੇ ਚੈਨਲ ਆ ਗਏ, ਇੰਨੇ ਛੋਟੇ ਛੋਟੇ ਜਿਹੜੇ ਨੇ ਵੈਬਸਾਈਟਸ ਜਿਹੜੀਆਂ ਨੇ ਆ ਗਈਆਂ, ਜਿਸ ਤੋਂ ਕਿ ਆਮ ਬੰਦਾ ਤਾਂ ਕਨਫਿਊਜ਼ ਹੀ ਹੋ ਗਿਆ ਕਿ ਕੀ ਸੱਚ ਹੈ ਤੇ ਕੀ ਝੂਠ ਹੈ, ਹਨਾ। ਤਾਂ ਉਹ ਉਸ ਦੇ ਵਿੱਚ ਕੀ ਹੈ ਕਿ ਰਿਊਮਰਸ ਜ਼ਿਆਦਾ ਫੈਲ ਰਹੇ ਨੇ, ਹੈਡਿੰਗਸ ਜਿਹੜੇ ਨੇ ਉਹ ਸੈਂਸੇਸ਼ਨਲ ਲਗਾਏ ਜਾ ਰਹੇ ਨੇ ਅੱਜ ਕੱਲ੍ਹ, ਹਨਾ। ਜਿਹੜਾ ਕਿ ਇੱਕ ਜਿਹੜਾ ਸੁਹਿਰਦ ਪਾਠਕ ਹੈ ਜਾਂ ਸੁਹਿਰਦ ਜਿਹੜਾ ਅਖਬਾਰਾਂ ਪੜ੍ਹਨਾ ਚਾਹੁੰਦਾ, ਉਸਦਾ ਤਾਂ ਦਿਲ ਹੀ ਨਹੀਂ ਕਰਦਾ ਅੱਜ ਜਿਹੜਾ ਹੈ ਇਸ ਕਿਸਮ ਦੇ ਹੈਡਲਾਈਨਸ ਪੜ੍ਹ ਕੇ, ਜਾਂ ਵਿੱਚੋਂ ਨਿਕਲਦਾ ਕੁਛ ਹੈ ਬਾਹਰ ਕੁਛ ਹੈ ਉਹਨਾਂ ਦੇ, ਹਨਾ। ਸੋ ਅੱਜ ਵੀ ਜਿਹੜੀ ਹੈ ਬਾਇਸਡ ਪੱਤਰਕਾਰੀ ਜਿਹੜੀ ਹੈ ਹੋ ਰਹੀ ਹੈ, ਆਪਣੇ ਫਾਇਦੇ ਵਾਸਤੇ ਜਿਹੜੀ ਹੈ ਪੱਤਰਕਾਰੀ ਜਿਹੜੀ ਹੈ ਕੀਤੀ ਜਾ ਰਹੀ ਹੈ। ਜਿਵੇਂ ਜਿਸ ਪੱਤਰਕਾਰ ਨੂੰ ਜੋ ਸੂਟ ਕਰਦਾ ਹੈ ਉਹ ਉਸ ਕਿਸਮ ਦੇ ਹੈਡਲਾਈਨਸ ਲਗਾ ਰਿਹਾ, ਜਿਸ ਤੋਂ ਉਹਨਾਂ ਦਾ ਪੈਸਾ ਬਣ ਸਕੇ ਉਸ ਕਿਸਮ ਦੀ ਜਿਹੜੀ ਹੈ ਪੱਤਰਕਾਰੀ ਜਿਹੜੀ ਹੈ ਹੋ ਰਹੀ ਹੈ। ਲੋਕਾਂ ਦੀ ਭਲਾਈ ਵਾਸਤੇ ਜਾਂ ਮਨੁੱਖਤਾ ਵਾਸਤੇ ਇਹਨਾਂ ਪੱਤਰਕਾਰੀ ਦੀ ਅੱਜ ਦੀ ਜਿਹੜੀ ਪੱਤਰਕਾਰੀ ਹੈ ਉਹ ਕਿਸੇ ਵੀ ਕਿਸਮ ਦਾ ਮੈਨੂੰ ਲੱਗਦਾ ਬਿਲਕੁਲ ਨੈਗੇਟਿਵ ਰੋਲ ਜਿਹੜੀ ਹੈ। ਬਤਰਾ ਸਾਹਿਬ, ਬਹੁਤ ਵਧੀਆ ਗੱਲ ਕੀਤੀ ਤੁਸੀਂ ਕਿ ਅੱਜ ਵੀ ਪੱਤਰਕਾਰੀ ਜਿਹੜੀ ਹੈ ਉਹ ਸੈਂਸੇਸ਼ਨਲ ਕੀਤੀ ਜਾ ਰਹੀ ਹੈ। ਔਰ ਭੱਟੀ ਸਾਹਿਬ, ਮੈਂ ਕਿਹਾ ਸੀ ਕਿ ਅਸੀਂ 39 ਸਾਲਾਂ ਬਾਅਦ ਕਿੱਥੇ ਖੜੇ ਹਾਂ, ਮੀਡੀਆ ਦੇ ਵਿੱਚ ਵੀ ਅਸੀਂ ਉੱਥੇ ਹੀ ਖੜੇ ਹਾਂ ਜਿਹੜਾ 39 ਸਾਲ ਪਹਿਲਾਂ ਖਬਰਾਂ ਲੱਗਦੀਆਂ ਸੀ। ਜਗਬਾਣੀ ਹੋਰ ਹੈਡਲਾਈਨ ਲਾਉਂਦੀ ਸੀ ਉਸੇ ਖਬਰ ਦੀ, ਅਜੀਤ ਅਖਬਾਰ ਹੋਰ ਲਾਉਂਦੀ ਸੀ, ਅਕਾਲੀ ਪੱਤਰਕਾਰ ਹੋਰ ਲਾਉਂਦੀ ਸੀ। ਨਵਾਂ ਜ਼ਮਾਨਾ ਦੀ ਪੱਤਰਕਾਰੀ ਹੁਣ ਤੱਕ ਇੱਕ ਮਾਡਲ ਮੰਨਿਆ ਜਾਂਦਾ ਰਹੀ ਹੈ। ਪੰਜਾਬੀ ਟ੍ਰਿਬਿਊਨ ਵੀ ਉਸ ਵਕਤ ਚੱਲ ਪਈ ਸੀ, ਉਹਦਾ ਵੀ ਇੱਕ ਮਾਡਲ ਮੰਨਿਆ ਜਾਂਦਾ ਰਿਹਾ। ਇਹਨਾਂ ਨੂੰ ਅਸੀਂ ਬੜੇ ਵੱਖਰੇ ਢੰਗ ਨਾਲ ਵੇਖ ਸਕਦੇ ਹਾਂ ਕਿ ਕਿਹੜੀਆਂ ਅਖਬਾਰਾਂ ਕਿਹੜੇ ਪਾਸੇ ਝੁਕਦੀਆਂ ਪਈਆਂ ਨੇ।
ਅੱਜ ਵੀ ਉਹੀ ਸਥਿਤੀ ਪਈ ਹੋਈ ਹੈ। ਹੁਣ ਤੇ ਸੋਸ਼ਲ ਮੀਡੀਆ ਆ ਗਿਆ, YouTube, Facebook, Instagram, ਬਹੁਤ ਸਾਰੇ ਹੋਰ, ਔਰ ਖਿੱਚਵੀਆਂ ਸਟੋਰੀਆਂ ਕਿ ਜਦੋਂ ਬੰਦਾ ਪੜ੍ਹਦਿਆਂ ਸਾਰ ਜਿਹੜਾ ਨਾ ਉਹ ਵੇਖ ਲਵੇ, ਵਿੱਚ ਭਾਵੇਂ ਜਿਹੜਾ ਕੁਛ ਨਾ ਲੱਭੇ। ਮੈਂ ਇੱਥੇ ਸਾਡੇ ਦਰਸ਼ਕਾਂ ਨਾਲ ਯਾਦ ਇਹਨਾਂ ਨੂੰ ਕਰਾਉਣਾ ਚਾਹੁੰਦਾ, ਜਿਹੜੇ ਨਵੀਂ ਪੀੜ੍ਹੀ ਆ ਖਾਸ ਤੌਰ ਤੇ, ਭੱਟੀ ਸਾਹਿਬ ਮੈਨੂੰ ਦਰੁਸਤ ਕਰ ਦੇਣ ਜੇ ਮੈਂ ਕਿਤੇ ਗਲਤ ਹੋਵਾਂ, ਕਿ 1 ਜੂਨ 1984 ਨੂੰ ਫੌਜਾਂ ਜਿਹੜੀਆਂ ਨੇ ਉਹ ਮੂਵ ਕਰ ਗਈਆਂ ਸੀ ਵੱਖ-ਵੱਖ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ, ਪਰ ਲੋਕਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਫੌਜਾਂ ਮੂਵ ਕਿਉਂ ਕਰ ਰਹੀਆਂ ਨੇ। ਮੈਂ ਖੁਦ 1 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸੀਗਾ, ਕਿਉਂਕਿ ਮੈਂ ਪੱਤਰਕਾਰੀ ਤੋਂ ਬਾਅਦ ਅਜੀਤ ਅਖਬਾਰ ਦੇ ਵਿੱਚ ਟ੍ਰੇਨਿੰਗ ਕਰਨ ਜਾਣਾ ਸੀ, ਤੇ ਜਲੰਧਰ ਮਿਲਣ ਤੋਂ ਬਾਅਦ ਆਪਣਾ ਸਰਦਾਰ ਸਾਧੂ ਸਿੰਘ ਹਮਦਰਦ ਹੋਣਾ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ, ਉੱਥੇ ਗੁਰਬਖਸ਼ ਸਿੰਘ ਸੀਗੇ, ਦਰਸ਼ਨ ਮੱਕੜ ਸੀਗੇ, ਤੇ ਮੈਂ ਫਿਰ ਦਰਬਾਰ ਸਾਹਿਬ ਮੱਥਾ ਟੇਕਣ ਚਲਿਆ ਗਿਆ। ਸਾਡੇ ਨਾਲ ਸਾਡੇ ਭਾਜੀ ਸੀਗੇ ਜਰਨੈਲ ਸਿੰਘ ਜੀ। ਅਸੀਂ ਸ਼ਾਮ ਨੂੰ ਜਦੋਂ ਵਾਪਸ ਆਏ ਤਾਂ ਅਸੀਂ ਦੇਖਿਆ ਕਿ ਸੜਕਾਂ ਦੇ ਆਲੇ ਦੁਆਲੇ ਫੌਜ ਲੱਗੀ ਹੋਈ ਹੈ, ਤੇ ਮੈਂ ਸ਼ਾਮ ਤੱਕ ਪਟਿਆਲੇ ਪਹੁੰਚ ਗਿਆ। ਪਟਿਆਲੇ ਪਹੁੰਚਦਿਆਂ ਕਮਾਲ ਹੋ ਗਿਆ, ਕੋਈ ਪੁਲ, ਕੋਈ ਸੜਕ, ਕੋਈ ਸ਼ਹਿਰ ਇਹੋ ਜਿਹਾ ਨਹੀਂ ਸੀ ਜਿੱਥੇ ਆਰਮੀ ਨਹੀਂ ਸੀ ਲੱਗੀ ਹੋਈ, BSF ਨਹੀਂ ਸੀ ਲੱਗੀ ਹੋਈ। ਔਰ 2 ਤਰੀਕ ਸ਼ਾਮ ਤੱਕ ਤਾਂ ਸਾਰੇ ਪਾਸੇ ਕਰਫਿਊ ਲੱਗ ਗਿਆ ਹੋਇਆ। 2 ਤਰੀਕ ਦੀ ਸ਼ਾਮ ਨੂੰ, ਜੂਨ ਦੀ ਨੂੰ 8:30 ਵਜੇ ਤੋਂ ਪਹਿਲਾਂ ਅਨਾਉਂਸ ਹੋਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇਸ਼ ਨੂੰ ਸੰਬੋਧਨ ਕਰਨਗੇ ਆਲ ਇੰਡੀਆ ਰੇਡੀਓ ਦੇ ਉੱਤੇ, ਕਿਉਂਕਿ ਅਕਾਲੀਆਂ ਨੇ 3 ਜੂਨ ਤੋਂ ਇੱਕ ਬਹੁਤ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਸੀ, ਔਰ ਸ਼੍ਰੀਮਤੀ ਇੰਦਰਾ ਗਾਂਧੀ ਨੇ 8:30 ਵਜੇ ਆਉਣਾ ਸੀ। 8:30 ਵਜੇ ਉਹ ਔਨ 에ਅਰ ਨਹੀਂ ਆਏ, ਤੇ ਅਨਾਉਂਸ ਕਰ ਦਿੱਤਾ ਗਿਆ ਕਿ ਇਹ ਬ੍ਰੌਡਕਾਸਟ ਥੋੜ੍ਹੀ ਦੇਰ ਲਈ ਅੱਗੇ ਪਾ ਦਿੱਤਾ ਗਿਆ। ਲਗਾਤਾਰ ਅਨਾਉਂਸਮੈਂਟ ਹੁੰਦੀ ਰਹੀ। 9:15 ਵਜੇ ਸ਼੍ਰੀਮਤੀ ਇੰਦਰਾ ਗਾਂਧੀ ਬ੍ਰੌਡਕਾਸਟ ਕਰਨ ਲਈ ਆਲ ਇੰਡੀਆ ਰੇਡੀਓ ਤੇ ਆਏ। ਉਹਨਾਂ ਨੇ ਅਕਾਲੀਆਂ ਨੂੰ, ਪੰਜਾਬੀਆਂ ਨੂੰ, ਜਾਂ ਜਿਹੜੇ ਲੋਕ ਉਹਨਾਂ ਦੇ ਮੁਤਾਬਕ ਦਹਿਸ਼ਤਗਰਦ ਸੀ, ਉਹਨਾਂ ਨੂੰ ਅਪੀਲ ਕੀਤੀ ਕਿ ਅਸੀਂ ਜਿਹੜਾ ਉਹ ਸ਼ਾਂਤੀ ਚਾਹੁੰਦੇ ਹਾਂ, ਗੱਲਬਾਤ ਚਾਹੁੰਦੇ ਹਾਂ, ਤੇ ਅਸੀਂ ਰਲ ਕੇ ਜਿਹੜੀ ਇਸ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਹਾਂ। ਜਿਹੜੀਆਂ ਅਫਵਾਹਾਂ ਨੇ ਕਿ ਅਸੀਂ ਬਹੁਤ ਕੁਝ ਕਰਨਾ ਚਾਹੁੰਦੇ ਹਾਂ, ਹਮਲਾ ਕਰਨਾ ਚਾਹੁੰਦੇ ਹਾਂ, ਉਹ ਨਹੀਂ ਹੋਏਗਾ। ਪਰ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਇਹ ਐਲਾਨ ਕਰ ਰਹੇ ਸੀ ਤਾਂ ਉਸ ਵਕਤ ਦੇਸ਼ ਦੀਆਂ ਫੌਜਾਂ ਮੂਵ ਕਰ ਚੁੱਕੀਆਂ ਹੋਈਆਂ ਸੀ ਸਾਰੇ ਹਿੱਸਿਆਂ 'ਚੋਂ, ਔਰ ਅੰਮ੍ਰਿਤਸਰ ਦੇ ਨੇੜੇ ਪਹੁੰਚ ਚੁੱਕੀਆਂ ਹੋਈਆਂ ਸੀ। ਕਈ ਫੌਜਾਂ ਅੰਦਰ ਆ ਚੁੱਕੀਆਂ ਹੋਈਆਂ ਸੀ। ਸੋ 3 ਤਰੀਕ ਤੇ 4 ਤਰੀਕ ਨੂੰ ਪੂਰੀ ਤਿਆਰੀ ਹੁੰਦੀ ਰਹੀ, ਔਰ 5 ਤਰੀਕ ਦੀ ਸ਼ਾਮ ਨੂੰ ਜਿਹੜਾ ਉਹ ਹਮਲਾ ਸ਼ੁਰੂ ਕਰ ਦਿੱਤਾ ਗਿਆ। ਸਾਰੀ ਰਾਤ ਜਿਹੜਾ ਚੱਲਿਆ, ਦਰਬਾਰ ਸਾਹਿਬ ਤੇ ਅਟੈਕ ਹੋਇਆ, ਅਕਾਲ ਤਖਤ ਤੇ ਅਟੈਕ ਹੋਇਆ, ਉੱਥੇ ਕੈਜੂਅਲਟੀਜ਼ ਹੋਈ। ਸਭ ਤੋਂ ਮਾੜੀ ਗੱਲ ਤਾਂ ਇਹ ਸੀ, ਦੁੱਖ ਵਾਲੀ, ਕਿ ਇਹ ਸਮਾਂ ਜਿਹੜਾ ਕਿਉਂ ਇੰਜ ਚੁਣਿਆ ਗਿਆ, ਕਿਉਂਕਿ ਇਹ ਦਿਨਾਂ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਪੈਂਦਾ, ਔਰ ਉਹਨਾਂ ਦਿਨਾਂ ਦੇ ਵਿੱਚ ਹਜ਼ਾਰਾਂ ਸ਼ਰਧਾਲੂ ਉੱਥੇ ਆਉਂਦੇ ਆ, ਔਰ ਇਸ ਆਪਰੇਸ਼ਨ ਦੇ ਦੌਰਾਨ ਹਜ਼ਾਰਾਂ ਸ਼ਰਧਾਲੂ ਉੱਥੇ ਫੜੇ ਗਏ, ਉਹਨਾਂ ਨੂੰ ਕੈਦ ਕਰ ਲਿਆ ਗਿਆ, ਲੰਮੀਆਂ ਸਜ਼ਾਵਾਂ ਭੁਗਤੀਆਂ। ਇੱਕ ਕਿਤਾਬ ਦੇ ਵਿੱਚ ਤਾਂ ਮੈਂ ਪੜ੍ਹਿਆ, GBS ਸਿੱਧੂ ਹੋਣਾ ਦੀ ਕਿਤਾਬ ਦੇ ਵਿੱਚ ਵੀ ਪੜ੍ਹਿਆ, ਤੇ ਮੈਂ ਦੂਸਰੀਆਂ ਕਿਤਾਬਾਂ 'ਚ ਵੀ ਪੜ੍ਹਿਆ ਕਿ ਇੱਕ ਕਮਰੇ ਦੇ ਵਿੱਚ ਕੋਈ 60-65 ਜਿਹੜੇ ਲੋਕ ਰਾਤ ਨੂੰ ਬੰਦ ਸੀਗੇ। ਉਹ ਸਾਰੀ ਰਾਤ ਗਰਮੀ 'ਚ ਭੁੱਜਦੇ ਰਹੇ, ਫੌਜਾਂ ਤੋਂ ਪਾਣੀ ਮੰਗਦੇ ਰਹੇ, ਫੌਜਾਂ ਨੇ ਪਾਣੀ ਨਹੀਂ ਦਿੱਤਾ। ਸਵੇਰ ਤੱਕ 60 ਵਿਅਕਤੀ ਜਾਨ ਤੋੜ ਗਏ ਤੇ 5 ਵਿਅਕਤੀ ਬਚੇ, 5 ਨੂੰ ਜਿਹੜੀ ਆ ਉਹ ਫੌਜ ਫੜ ਕੇ ਲੈ ਗਈ। ਇਸ ਤੋਂ ਇਲਾਵਾ ਹੋਰ ਵੀ ਬੜੇ ਜਿਹੜੇ ਆ ਉਸ ਤੇ ਗੱਲ ਕੀਤੀ ਜਾ ਸਕਦੀ ਹੈ, ਪਰ ਮੈਂ ਭੱਟੀ ਸਾਹਿਬ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਹੁਣ ਅੱਜ ਮੋਦੀ ਜੀ ਇਹ ਕੋਸ਼ਿਸ਼ ਕਰ ਰਿਹਾ ਕਿ ਸਿੱਖਾਂ ਨੂੰ ਨਾਲ ਜੋੜ ਲਿਆ ਜਾਵੇ, ਔਰ ਇਹਦੇ ਵਿੱਚ ਵੀ ਸ਼ੱਕ ਦੇ ਨਿਗਾਹ ਨਾਲ ਹੀ ਵੇਖਿਆ ਜਾਂਦਾ ਕਿ ਕਿਉਂ ਸਿੱਖਾਂ ਨੂੰ ਸਰਕਾਰ ਜੋੜਦੀ ਪਈ ਹੈ, ਕਿਉਂਕਿ ਅੰਦੋਲਨ ਤੋਂ ਅਸੀਂ ਜਿਹੜੇ ਨਿਕਲ ਕੇ ਆਏ ਹਾਂ, ਕਿਸਾਨ ਅੰਦੋਲਨ ਤੋਂ। ਇਸੇ ਤਰ੍ਹਾਂ ਦੀ ਕੋਸ਼ਿਸ਼ ਜਿਹੜੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਆਪਣੇ ਬ੍ਰੌਡਕਾਸਟ ਵਿੱਚ ਕੀਤੀ ਕਿ ਅਸੀਂ ਤਾਂ ਪੰਜਾਬ ਨੂੰ ਆਹ ਦੇਣਾ ਚਾਹੁੰਦੇ ਹਾਂ, ਪੰਜਾਬ ਨਾਲ ਸਮਝੌਤਾ ਕਰਨਾ ਚਾਹੁੰਦੇ ਹਾਂ, ਅਕਾਲੀਆਂ ਨੂੰ ਅਪੀਲ ਕੀਤੀ। ਤੁਹਾਨੂੰ ਕੀ ਲੱਗਦਾ ਇਹਨਾਂ ਦੋਨਾਂ ਥਿਊਰੀਆਂ ਦੇ ਵਿੱਚ ਕੁਝ ਸਾਂਝਾ ਹੈ, ਜਾਂ ਅਸੀਂ ਵਰਤਮਾਨ ਦੇ ਵਿੱਚ ਇਹ ਆਸ ਕਰੀਏ ਕਿ ਅਸੀਂ ਕਦੇ ਵੀ 84 ਵਾਲੇ ਪਾਸੇ ਨਹੀਂ ਜਿਹੜਾ ਜਾਵਾਂਗੇ? ਬਰਾੜ ਸਾਹਿਬ, ਤੁਹਾਡੀ ਗੱਲ ਨੂੰ ਮੈਂ ਅੱਗੇ ਤੋਰਦੇ ਹੋਏ ਤੁਹਾਨੂੰ ਦੱਸਦਾ ਕਿ ਐਗਜ਼ੈਕਟ 9:15 ਵਜੇ 2 ਜੂਨ 1984 ਨੂੰ ਜੀ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਡਿਸਪੈਂਸਰੀ ਦੇ ਸਾਹਮਣੇ ਜਿਹੜੇ ਆਰ ਬਲਾਕ ਹੈ ਉਹਦੇ ਸਲਾਰੀਆ ਸਾਹਿਬ ਦੇ ਘਰ ਬੈਠੇ ਸੀ, ਮੈਂ ਸਰਜੀਤ ਭੱਟੀ, 2 ਜਣੇ ਹੋਰ। ਉੱਥੇ ਅਨਾਉਂਸਮੈਂਟ ਹੋਈ ਤੇ ਅਸੀਂ ਉਹਨਾਂ ਦਾ ਭਾਸ਼ਣ ਸੁਣਿਆ। ਸੁਣਦੀ ਸਾਰ ਅਸੀਂ ਪੌੜੀ ਉਤਰੇ, ਮੈਨੂੰ ਲਾਸਟ ਲਾਈਨਾਂ ਯਾਦ ਨੇ। ਉਹਨਾਂ ਨੇ ਕਿਹਾ ਕਿ ਬਹੁਤ ਜ਼ਖਮ ਲੱਗ ਚੁੱਕੇ हैं, आओ मिलकर मरहम लगाएं। ਉਨੀ ਦਿਨੀ ਹੀਲਿੰਗ ਟੱਚ ਦਾ ਬੜਾ ਅਖਬਾਰਾਂ ਦੇ ਵਿੱਚ ਨਾਮ ਆਉਣਾ ਸ਼ੁਰੂ। ਜਿਉਂ ਹੀ ਅਸੀਂ ਪੌੜੀਆਂ ਉਤਰੇ ਤਾਂ ਸਾਨੂੰ ਸਿਕਿਉਰਿਟੀ ਗਾਰਡ ਨੇ ਦੱਸਿਆ ਕਿ ਜੀ ਤੁਸੀਂ ਆਪੋ ਆਪਣੇ ਅੰਦਰ ਹੀ ਚਲੇ ਜਾਓ,
ਅਸੀਂ ਕਹਿੰਦੇ ਤਾਂ ਹੋਸਟਲ ਜਾਣਾ ਹੈ, ਉਹ ਕਹਿੰਦਾ ਵੀ ਭੱਜ ਕੇ ਹੋਸਟਲ ਚਲੇ ਜਾਓ, ਕਰਫਿਊ ਲੱਗ ਗਿਆ ਤੇ ਫੌਜ ਦਾ ਨੇ ਮਤਲਬ ਪੰਜਾਬ ਦੇ ਵਿੱਚ ਤਾਇਨਾਤ ਹੋ ਗਈ ਹੈ ਜੀ। ਇਹ ਸੀਗੀ ਹੀਲਿੰਗ ਟੱਚ, ਮਤਲਬ ਪੌੜੀ ਦੇ ਉੱਪਰ ਹੀਲਿੰਗ ਟੱਚ ਦਾ ਭਾਸ਼ਣ ਸੁਣ ਕੇ ਆਏ ਸੀ, ਥੱਲੇ ਕਰਫਿਊ ਲੱਗ ਚੁੱਕਿਆ ਸੀ। ਬਿਲਕੁਲ ਬੇਸਿਕਲੀ ਇਹ ਜਿਹੜੇ ਅਥਾਰਟੇਰੀਅਨ ਹੁੰਦੇ ਨੇ, ਇੰਦਰਾ ਗਾਂਧੀ ਵੀ ਅਥਾਰਟੇਰੀਅਨ ਸੀ, ਮੋਦੀ ਸਾਹਿਬ ਵੀ ਅਥਾਰਟੇਰੀਅਨ ਨੇ, ਉਹਨਾਂ ਦੇ ਕਹਿਣ ਦਾ ਤੇ ਕਰਨ ਦਾ ਕੋਈ ਸੰਬੰਧ ਨਹੀਂ ਹੁੰਦਾ ਆਪਸ ਦੇ ਵਿੱਚ। ਜਿਹੜੀ ਹੁਣ ਵੀ ਸਿੱਖਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਇਹ ਹੈ ਕਿ ਸਿੱਖਾਂ ਦੇ ਜਿਹੜੇ ਗਰਮ ਤੱਤ ਨੇ ਉਹਨਾਂ ਨੂੰ ਸ਼ਹਿ ਦਿੱਤੀ ਜਾਵੇ, ਜਿਹੜੇ ਮੋਡਰੇਟ ਨੇ ਉਹਨਾਂ ਨੂੰ ਆਈਸੋਲੇਟ ਕੀਤਾ ਜਾਵੇ, ਤੇ ਜਦੋਂ ਸਿੱਖਾਂ ਦਾ ਇੱਕ ਨਕਸ਼ਾ ਇਹ ਬਣ ਜਾਵੇ ਵੀ ਬੜੀ ਭਿਅੰਕਰ ਕੌਮ ਹੈ, ਮਾਰਨ ਨੂੰ ਫਿਰਦੇ ਨੇ, ਬੜੇ ਜ਼ਾਲਮ ਨੇ, ਹਿੰਦੂ ਡਰ ਕੇ ਸਾਨੂੰ ਵੋਟਾਂ ਪਾ ਦੇਣ, ਇਹੀ ਉਦੋਂ ਸੀ, ਇਹੀ ਹੁਣ ਸਗੋਂ ਇਹ ਉਹਦੇ ਤੋਂ ਵੀ ਜ਼ਿਆਦਾ ਸਿਨਿਸਟਰ ਇਸ ਕਰਕੇ ਹੋ ਗਿਆ ਹੈ ਕਿ ਸਾਡੀ ਜਿਹੜੀ ਮੋਡਰੇਟ ਲੀਡਰਸ਼ਿਪ ਸੀਗੀ ਉਹ ਗਰਕ ਚੁੱਕੀ ਹੈ ਪਹਿਲਾਂ ਨਾਲੋਂ। ਹੁਣ ਬਾਦਲ, ਟੌੜਾ, ਲੌਂਗੋਵਾਲ ਉਸ ਲੈਵਲ ਦੇ ਲੀਡਰ ਨਹੀਂ ਹੈਗੇ ਲੋਕ, ਹਾਲਾਂਕਿ ਉਹਨਾਂ ਨੂੰ ਵੀ ਲੋਕ ਬਹੁਤ ਮਾੜਾ ਕਹਿੰਦੇ ਸੀ ਉਸ ਟਾਈਮ ਵੀ। ਹੁਣ ਸਾਡੇ ਜਿਹੜੇ ਲੀਡਰ ਨੇ ਉਹ ਗੈਂਗਿਜ਼ਮ ਦੇ ਵਿੱਚ, ਨਸ਼ਿਆਂ ਦੇ ਵਿੱਚ, ਮਾਈਨਿੰਗ ਦੇ ਵਿੱਚ, ਉਹ ਮਾਫੀਏ ਦੇ ਨਾਲ ਜੁੜ ਚੁੱਕੇ ਨੇ। ਸਾਡੀ ਸਾਰੀ ਪੋਲੀਟੀਕਲ ਲੀਡਰਸ਼ਿਪ ਹੈ ਜਿਹੜੀ ਪੰਜਾਬ ਦੇ ਵੀ ਬਾਹਰਲੇ ਵੀ, ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਕੱਲ ਪਰਸੋਂ ਜਥੇਦਾਰ ਸਾਹਿਬ ਨੇ ਕਿਹਾ ਵੀ ਪੰਥਕ ਏਜੰਡਾ ਛੱਡ ਦਿੱਤਾ ਗਿਆ ਹੈ, ਬੇਸਿਕਲੀ ਉਹ ਪੰਥਕ ਏਜੰਡਾ ਸਿਰਫ ਉਸ ਟਾਈਮ ਯਾਦ ਕੀਤਾ ਜਾਂਦਾ ਹੈ ਜਦੋਂ ਉਹਦੀ ਇਲੈਕਟੋਰਲ ਬੈਨੀਫਿਟ ਹੋਵੇ ਜੀ। ਸੋ ਹੁਣ ਮੇਰਾ ਖਿਆਲ ਹੈ ਜਿਹੜਾ ਅਗਲਾ, ਜਿਵੇਂ ਕਹਿੰਦੇ ਹੁੰਦੇ ਨਾ ਵਾਇਰਸ ਜਦੋਂ ਕੋਈ ਵੱਧਦਾ ਹੈ ਨਾ, ਉਹਦੀ ਉਹ ਪਹਿਲੀਆਂ ਚੀਜ਼ਾਂ ਤੋਂ ਉਹਦੀ ਇਮਿਊਨਿਟੀ ਵੱਧ ਜਾਂਦੀ ਹੈ, ਜਦੋਂ ਉਹਦਾ ਅਗਲਾ ਵਰਸ਼ਨ ਆਉਂਦਾ ਉਹ ਜ਼ਿਆਦਾ ਡੇਂਜਰਸ ਹੁੰਦਾ ਹੈ ਜੀ। ਸੋ ਜਿਹੜਾ ਅਥਾਰਟੇਰੀਅਨਿਜ਼ਮ ਪਲੱਸ ਕਮਿਊਨਲਿਜ਼ਮ ਦਾ ਜਿਹੜਾ ਨਵਾਂ ਵਰਸ਼ਨ ਆਊਗਾ ਉਹ ਪਹਿਲਾਂ ਵਾਲੇ ਨਾਲੋਂ ਵੱਧ ਡੇਂਜਰਸ ਹੋਊਗਾ। ਪਰ ਹਿਊਮਨ ਡੀਗ੍ਰੇਡੇਸ਼ਨ ਸਾਡੀ ਪੀੜ੍ਹੀ ਦੇ ਵਿੱਚ ਵੀ, ਸਾਡੀ ਕੌਮ ਦੇ ਵਿੱਚ ਵੀ ਕਹਿ ਲਓ ਕਿ ਜਿਹੜੇ ਪਹਿਲਾਂ ਸਿੱਖਾਂ ਦੀਆਂ ਜਿਹੜੀਆਂ ਮਤਲਬ ਪਹਿਲੀਆਂ ਪੀੜ੍ਹੀਆਂ ਸੀ ਉਹਨਾਂ ਨਾਲੋਂ ਹੁਣ ਜਿਹੜੀਆਂ ਸੋਸ਼ਲ ਮੀਡੀਆ ਤੇ ਜੁੜੀਆਂ ਹੋਈਆਂ ਨੇ, ਜਿਹੜੇ ਬਾਹਰ ਬੈਠੇ ਮਿੱਤਰ ਸਾਡੇ ਖਾਲਿਸਤਾਨ ਦਾ ਕਰ ਰਹੇ ਨੇ ਪ੍ਰਚਾਰ, ਉਹਨਾਂ ਦਾ ਕਿਰਦਾਰ ਪਹਿਲਾਂ ਨਾਲੋਂ ਨੀਵਾਂ ਉੱਚਾ ਨਹੀਂ ਹੈ ਬਿਲਕੁਲ। ਹੁਣ ਸਾਡੇ ਬੰਦੇ ਜ਼ਿਆਦਾ ਵਿਕਾਊ ਨੇ ਪਹਿਲਾਂ ਨਾਲੋਂ। ਸਿੱਖ ਹਿਸਟਰੀ ਦੇ ਵਿੱਚ ਕਦੇ ਕੈਟ ਨਹੀਂ ਸੀ ਬਣਿਆ, ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਹੀ ਕੈਟ ਕਲਚਰ ਆਇਆ ਸੀ ਜੀ ਜੀ। ਸੋ ਇਸ ਕਰਕੇ ਅਸੀਂ ਪਹਿਲਾਂ ਨਾਲੋਂ ਸਾਨੂੰ ਮਨੁੱਖੀ ਤੌਰ ਤੇ ਨਿਗਾਹ ਮਾਰਨੀ ਚਾਹੀਦੀ ਹੈ ਕਿ ਸਿੱਖੀ ਦਾ ਜਿਹੜਾ ਸੁਨੇਹਾ ਸੀ ਇਨਸਾਨੀਅਤ ਦਾ, ਔਰ ਸਾਰੀ ਦੁਨੀਆ ਨੂੰ ਇਨਸਾਨੀਅਤ ਸਿਖਾਉਣ ਦਾ, ਅਸੀਂ ਉਹਦੇ ਤੋਂ ਥੱਲੇ ਹੀ ਜਾ ਰਹੇ ਹਾਂ। ਬਰਸਤ ਸਾਹਿਬ, ਜੋ ਕੁਝ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਹੋਇਆ, ਹੁਣ ਜਦੋਂ ਅੰਮ੍ਰਿਤਪਾਲ ਹੋਣਾ ਦੀ ਖਾਲਸਾ ਵਹੀਰ ਚੱਲੀ ਹੈ, ਉਹਨਾਂ ਦੀ ਫੜੋ ਫੜੀ ਹੋਈ ਹੈ, ਉਹਨਾਂ ਤੇ ਇਲਜ਼ਾਮ ਲੱਗੇ ਹੈ, ਤੇ ਕੁਝ ਖਾਲਿਸਤਾਨੀਆਂ ਨੇ ਨਾਅਰੇ ਲਿਖੇ ਹੈ, ਇੱਥੇ ਹੀ ਨਹੀਂ ਲਿਖੇ, ਸਿਡਨੀ ਦੇ ਵਿੱਚ ਲਿਖੇ ਗਏ, ਮੈਲਬੌਰਨ ਦੇ ਵਿੱਚ ਮੰਦਰਾਂ ਦੇ ਬਾਹਰ ਲਿਖੇ ਗਏ, ਕੈਨੇਡਾ ਦੇ ਵਿੱਚ ਲਿਖੇ ਗਏ, ਝੰਡੇ ਚੁਲਾਏ ਗਏ, ਖਿੱਚ ਧੂ ਵੀ ਉੱਥੇ ਹੋਈ, ਇੱਕ ਦੂਜੇ ਨਾਲ ਲੜਾਈਆਂ ਵੀ ਹੋਈਆਂ। ਤਾਂ ਜੋ ਕੁਝ ਇੱਥੇ ਹੋਇਆ, ਜਿਹੜੇ ਪੰਜਾਬੀ ਖਾਸ ਤੌਰ ਤੇ ਸਿੱਖ ਬਾਹਰ ਬੈਠੇ ਹੋਏ ਆ, ਉਹਨਾਂ ਦੇ ਮਨਾਂ ਵਿੱਚੋਂ ਡਰ ਨਿਕਲ ਕੇ ਆਇਆ। ਸਾਡੇ ਤੱਕ ਗੱਲਾਂ ਹੋਈਆਂ, ਆਪਣਿਆਂ ਚੋਂ ਵੀ ਕਈਆਂ ਦੇ ਬੱਚੇ ਬਾਹਰ ਹੋਣਗੇ, ਕਿ ਜੋ ਕੁਝ ਪੰਜਾਬ 'ਚ ਹੋ ਰਿਹਾ ਹੈ ਇਹਦਾ ਅਸਰ ਸਾਡੇ ਉਹਨਾਂ ਬੱਚਿਆਂ ਤੇ ਨਹੀਂ ਪਏਗਾ ਜਿਹੜੇ ਬੱਚੇ ਬਾਹਰ ਜਾ ਕੇ ਸੈਟਲ ਹੋਏ ਆ, ਪੜ੍ਹਦੇ ਪਏ ਆ, ਉਹਨਾਂ ਨੂੰ ਕਿਸ ਨਿਗਾਹ ਨਾਲ ਵੇਖਿਆ ਜਾਏਗਾ, ਪਹਿਲੀ ਗੱਲ। ਦੂਸਰੀ ਗੱਲ ਇਹ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਡੀਆਂ ਰਾਜਨੀਤਿਕ ਪਾਰਟੀਆਂ ਪਿਛਲੇ 39 ਸਾਲਾਂ ਦੇ ਸਬਕ ਸਿੱਖ ਕੇ ਕੁਝ ਇਕੱਠੇ ਹੋ ਕੇ ਕੋਈ ਪੰਜਾਬ ਦੇ ਇਮੇਜ ਨੂੰ ਬਣਾਉਣ ਵਾਲੀ ਚੱਲਣਗੀਆਂ, ਜਾਂ ਸਿਰਫ ਪੰਜਾਬੀਆਂ ਦਾ ਇਮੇਜ ਇਹੀ ਸ਼ੁਰੂ ਹੋਏਗਾ ਕਿ ਖਾਲਿਸਤਾਨੀ ਨੇ ਅੰਦੋਲਨ ਸ਼ੁਰੂ ਹੋਇਆ ਤੇ ਉੱਥੇ ਇੱਕ ਮੀਡੀਆ ਨੇ, ਇੱਕ ਖਾਸ ਕਿਸਮ ਦੇ ਵਰਗ ਨੇ ਪੰਜਾਬੀਆਂ ਨੂੰ ਖਾਲਿਸਤਾਨੀ ਕਹਿਣਾ ਸ਼ੁਰੂ ਕਰਤਾ। ਹੁਣ ਦਿੱਲੀ ਜੰਤਰ ਮੰਤਰ ਦੇ ਉੱਤੇ ਸਾਡੀਆਂ ਪਹਿਲਵਾਨ ਧੀਆਂ ਬ੍ਰਿਜ ਭੂਸ਼ਣ ਦੇ ਖਿਲਾਫ ਸ਼ੋਸ਼ਣ ਦਾ ਜਿਹੜਾ ਵਿਰੋਧ ਕਰਦੀਆਂ ਪਈਆਂ ਨੇ, ਤਾਂ ਬ੍ਰਿਜ ਭੂਸ਼ਣ ਵਰਗੇ ਲੋਕੀ, ਬਾਕੀ ਲੋਕੀ ਫੇਰ ਉਹੀ ਨੈਰੇਟਿਵ ਸਿਰਜਣ ਲੱਗ ਪਿਆ ਕਿ ਇਹਨਾਂ ਦੇ ਨਾਲ ਖਾਲਿਸਤਾਨੀ ਲੜ ਗਏ ਆ। ਜਦੋਂ ਤੁਸੀਂ ਆਪਣੀ ਮੂਵਮੈਂਟ, ਤੁਸੀਂ ਆਪਣੀਆਂ ਹੱਕਾਂ ਲਈ ਲੜਦੇ ਹੋ ਤੇ ਫਿਰ ਤੁਹਾਨੂੰ ਗਰਦਾਨਿਆ ਜਾਂਦਾ ਖਾਲਿਸਤਾਨੀ ਹੈ, ਅੱਤਵਾਦੀ ਹੈ, ਵੱਖਵਾਦੀ ਹੈ, ਇਹ ਖਾੜਕੂ ਨੇ, ਬੜਾ ਕੁਝ ਕੀਤਾ ਜਾਂਦਾ। ਅੱਜ ਅਸੀਂ ਬਹੁਤਾ ਲੰਮਾ ਸਮਾਂ ਨਹੀਂ ਲੈਣਾ, ਅਸੀਂ ਇਹ ਜਾਣਨਾ ਚਾਹਾਂਗੇ ਕਿ ਅੱਜ ਦੀ ਸਾਡੀ ਜਿਹੜੀ ਲੀਡਰਸ਼ਿਪ ਦੀ ਕੀ ਜਿਹੜੀ ਹੈ ਉਹ ਸੇਧ ਹੋਣੀ ਚਾਹੀਦੀ ਹੈ, ਕੀ ਹੋਣਾ ਚਾਹੀਦਾ ਹੈ ਕਿ ਅਸੀਂ ਹੁਣ ਦੁਬਾਰਾ ਕਦੇ ਉਸ ਪਾਸੇ ਨਾ ਧੱਕੇ ਜਾਈਏ। ਅਸੀਂ ਬਹੁਤ ਕੁਝ ਗਵਾ ਲਿਆ ਹੋਇਆ, ਬਹੁਤ ਕੁਝ ਗਵਾ ਲਿਆ ਹੈ। ਪੰਜਾਬ ਨੇ ਜਿੱਥੇ ਨੌਜਵਾਨੀ ਗਵਾਈ ਹੈ, ਘਰਾਂ ਦੇ ਘਰ ਬਰਬਾਦ ਹੋਏ ਆ, ਉੱਥੇ ਇਸ ਸਮੇਂ ਦੇ ਦੌਰਾਨ ਪਾਲਿਸੀਆਂ ਬਦਲ ਗਈਆਂ ਨੇ, ਤੁਹਾਡਾ ਸਾਰਾ ਪਾਣੀ ਬਰਬਾਦ ਹੋ ਗਿਆ ਹੋਇਆ, ਤੁਹਾਡੀਆਂ ਸਾਰੀਆਂ ਫਸਲਾਂ ਦੇ ਵਿੱਚ ਜ਼ਹਿਰਾਂ ਪਾ ਦਿੱਤੀਆਂ ਗਈਆਂ ਨੇ, ਤੁਹਾਡੀ ਖੇਤੀ ਬਰਬਾਦ ਹੋ ਰਹੀ ਹੈ, ਤੁਹਾਡੇ ਕੋਲੇ ਨਸ਼ੇ ਆ ਗਏ ਨੇ, ਤੁਹਾਡੇ ਕੋਲੇ ਗੈਂਗਸਟਰ ਆ ਗਏ ਨੇ, ਪੁਲਿਸ ਪ੍ਰਸ਼ਾਸਨ ਬਿਊਰੋਕ੍ਰੇਸੀ
ਇਹਨਾਂ ਦੀਆਂ ਆਪਸ ਵਿੱਚ ਜਿਹੜੀਆਂ ਜੱਫੀਆਂ ਪੈ ਗਈਆਂ ਨੇ, ਆ ਪਿਛਲੇ ਦਿਨ ਤੁਸੀਂ ਵੇਖ ਹੀ ਲਿਆ ਹੈ, ਨਵਜੋਤ ਸਿੱਧੂ ਤੇ ਬਿਕਰਮ ਹੋਣੀ ਜਿਹੜੇ ਇੱਕ ਦੂਜੇ ਦੇ ਦੁਸ਼ਮਣ ਲੱਗਦੇ ਸੀਗੇ, ਉਹ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਮਿਲਦੇ ਪਏ ਆ। ਤੇ ਜਿਹੜਾ 95% ਪੰਜਾਬੀ ਹੈ ਉਹ ਹੁਣ ਕਿੱਥੇ ਜਾਵੇ? ਵੈਸਾ ਬਹੁਤ ਵਧੀਆ ਗੱਲ ਹੈ ਇਹ। ਤੇ ਜਿੱਥੇ ਤੱਕ ਮੈਂ ਸਮਝਦਾ ਕਿ ਪਹਿਲੀ ਗੱਲ ਤੇ ਇਹ ਆ ਕਿ ਜਿਹੜਾ ਵੱਖਰੇ ਰਾਜ ਦਾ ਇੱਕ ਬੀਜ ਬੀਜਿਆ ਗਿਆ ਸੀ, ਕਦੇ ਵੀ ਬੀਜਿਆ ਗਿਆ, ਮਤਲਬ ਕਿ ਉਹ ਹੋਇਆ, ਤੇ ਉਦੋਂ ਦੀਪ ਸਿੱਧੂ ਨੂੰ ਕੁਝ ਅਨਸਰਾਂ ਨੇ ਅੱਗੇ ਕਰਕੇ ਉਹਦੇ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜੀ। ਲਾਉਣ ਨਾ ਲੈਣ ਦੀ ਲੋੜ ਨਹੀਂ, ਕਿਹੜੇ ਕਿਹੜੇ ਬੰਦੇ ਉਹਦੇ ਪਿੱਛੇ ਬੈਠ ਕੇ ਉੱਤੇ ਝੁੱਗੀਆਂ ਪਾ ਕੇ ਵੀ ਬੈਠ ਗਏ ਸੀਗੇ। ਤੇ ਉਹਨਾਂ ਦਾ ਮਸਲਾ ਇਹੀ ਸੀ ਵੀ ਅਸੀਂ ਕਿਸਾਨ ਅੰਦੋਲਨ 'ਚ ਕਿਸੇ ਨਾ ਕਿਸੇ ਤਰ੍ਹਾਂ ਘੁਸਪੈਠ ਕਰਕੇ ਵੀ ਇਹਨੂੰ ਉਸ ਦਿਸ਼ਾ ਵੱਲ ਲੈ ਕੇ ਜਾਈਏ ਤਾਂ ਜੋ ਜਿਹੜੀ ਖਾਲਸਾ ਜਾਂ ਖਾਲਸਾ ਦੀ ਲਹਿਰ ਆ ਉਹਨੂੰ ਕਿਸੇ ਦਾ ਹੁਲਾਰਾ ਮਿਲ ਸਕੇ। ਤੇ ਉਹ ਇੱਕ ਵੱਖਰੀ ਗੱਲ ਹੈ ਕਿ ਕਿਸਾਨ ਯੂਨੀਅਨਾਂ ਦੀ ਲੀਡਰਸ਼ਿਪ ਸੁਚੇਤ ਸੀ ਤੇ ਉਹਨਾਂ ਨੇ ਉਸ ਅਨਸਰਾਂ ਨੂੰ ਉਹ ਕਰਨ ਦੀ ਕੋਸ਼ਿਸ਼ ਸਫਲ ਨਹੀਂ ਹੋਣ ਦਿੱਤੀ। ਉਹਨਾਂ ਦੀ ਕੋਸ਼ਿਸ਼ ਜੀ ਜੀ ਬੇਸ਼ੱਕ ਉਹ 26 ਜਨਵਰੀ ਨੂੰ ਝੰਡਾ ਝੁਲਾ ਕੇ ਸਾਰਾ ਕੁਝ ਕਰ ਗਿਆ, ਪਰ ਉਹਨੇ ਜਿੰਨਾ ਨੁਕਸਾਨ ਕਰਨਾ ਸੀ ਕਿਸਾਨ ਅੰਦੋਲਨ ਦਾ ਉਹ ਕੀਤਾ, ਪਰ ਫਿਰ ਵੀ ਕਿਸਾਨ ਲੀਡਰਸ਼ਿਪ ਉਹ ਨੁਕਸਾਨ ਨੂੰ ਝੱਲਦੀ ਹੋਈ ਸੰਭਾਲ ਗਈ। ਤੇ ਦੂਜਾ ਗੱਲ ਜਿਹੜਾ ਅੰਮ੍ਰਿਤਪਾਲ ਦੀ ਜਿਹੜੀ ਇਹ ਚੱਲੀ ਆ ਮੂਵਮੈਂਟ, ਇਹ ਦੀਪ ਸਿੱਧੂ ਵਾਲੀ ਮੂਵਮੈਂਟ ਦਾ ਹੀ ਇੱਕ ਅਗਲਾ ਹਿੱਸਾ ਹੈ। ਤੇ ਇਸ ਦੇ ਪਿੱਛੇ ਵੀ ਉਹੀ ਅਨਸਰ ਨੇ, ਕੈਨੇਡਾ ਬੈਠੇ ਹੋਣ, ਚਾਹੇ ਇਟਲੀ 'ਚ ਬੈਠੇ ਆ, ਚਾਹੇ ਅਮਰੀਕਾ 'ਚ ਬੈਠੇ ਆ, ਬਹੁਤ ਫਰਿੰਜ ਐਲੀਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਚਾਹੁੰਦੇ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੀ ਵਿਚਾਰਧਾਰਾ ਹੈ ਵੱਖਰੇ ਰਾਜ ਦੀ, ਇਹਨੂੰ ਜਗਾਈ ਰੱਖਿਆ ਜਾਵੇ ਜੀ। ਸੋ ਅੰਮ੍ਰਿਤਪਾਲ ਵੀ ਉਸੇ ਕੋਸ਼ਿਸ਼ ਵਿੱਚ ਲੱਗਿਆ ਹੋਇਆ ਸੀ। ਤੇ ਉਹਨੇ ਸਭ ਤੋਂ ਪਹਿਲਾਂ ਤਾਂ ਮਤਲਬ ਕਿ ਅੰਮ੍ਰਿਤ ਸੰਚਾਰ, ਨਸ਼ੇ ਛਡਾਓ, ਤੇ ਫਿਰ ਥੋੜਾ ਮੂਲਵਾਦੀ ਰੂਪ ਵਾਲੇ ਪਾਸੇ ਆ ਗਿਆ ਵੀ ਗੁਰਦੁਆਰਿਆਂ 'ਚੋਂ ਕੁਰਸੀਆਂ ਮੇਜ਼ਾਂ ਬਾਹਰ ਸੁੱਟ ਦਿਓ। ਇਹ 3-4 ਜਿਹਨੇ ਉਹਨੇ ਐਕਸ਼ਨ ਕੀਤੇ, ਮਤਲਬ ਇਹ ਸੀ ਵੀ ਜਿਹੜਾ ਸਿੱਖਾਂ ਅੰਦਰਲਾ ਤੱਤਾ ਅਨਸਰ ਆ ਉਹਨੂੰ ਕਿਸ ਤਰ੍ਹਾਂ ਭੜਕਾਇਆ ਜਾਵੇ। ਅਜਨਾਲੇ ਵਾਲੀ ਘਟਨਾ ਨੇ ਵੀ ਜਿਹੜਾ ਉਹ ਬਹੁਤ ਜਿਹੜਾ ਨਾ ਰੋਲ ਅਦਾ ਜਿਹੜਾ ਗਲਤ ਕੀਤਾ। ਹਾਂ ਮਤਲਬ ਬੜਾ ਐਸਾ ਮੈਨੂੰ ਲੱਗਦਾ ਵੀ ਅਜਨਾਲੇ ਵਾਲੀ ਜੋ ਘਟਨਾ ਹੋਈ ਆ ਕਿ ਉਹ ਸਟੇਟ ਨੇ ਜਾਣ ਬੁੱਝ ਕੇ ਵਾਪਰਨ ਦਿੱਤੀ ਹੈ, ਨਹੀਂ ਤੇ ਉਸ ਤੋਂ ਪਹਿਲਾਂ ਵੀ ਉਹਨੂੰ ਗ੍ਰਿਫਤਾਰ ਕਰ ਸਕਦੇ ਸੀ। ਪਰ ਸਟੇਟ ਨੇ ਉਹਦਾ ਕ੍ਰੈਡਿਟ ਇਹ ਲਿਆ ਕਿ ਦੇਖੋ, ਕਿਉਂਕਿ ਸਟੇਟ ਦੇ ਉੱਤੇ ਇਲਜ਼ਾਮ ਲੱਗਦਾ ਸੀ ਕਿ ਬੇਅਦਬੀਆਂ ਲਈ ਸਟੇਟ ਜ਼ਿੰਮੇਵਾਰ ਹੈ, ਤੇ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਦਰਬਾਰ ਸਾਹਿਬ ਦੀ ਬਿਲਕੁਲ ਵੀ ਜਿਹੜੀ ਹੈ ਉਹ ਬੇਅਦਬੀ ਨਹੀਂ ਹੋਣ ਦਿੱਤੀ। ਸਟੇਟ ਉੱਥੇ ਕ੍ਰੈਡਿਟ ਲੈ ਗਈ। ਮਤਲਬ ਕਿ ਇਹ ਹੈ ਕਿ ਸਟੇਟ ਹੁਣ ਪਹਿਲਾਂ ਨਾਲੋਂ ਜ਼ਿਆਦਾ ਸ਼ਾਤਰ ਲੱਗਦੀ ਹੈ ਮੈਨੂੰ ਜੀ। ਇਹਨਾਂ ਨੇ ਇੱਕ ਤਾਂ ਇਹ ਕ੍ਰੈਡਿਟ ਲੈ ਗਏ ਕਿ ਅਸੀਂ ਦਰਬਾਰ ਸਾਹਿਬ ਦੀ ਬੇਇੱਜ਼ਤੀ ਨਹੀਂ ਹੋਣ ਦਿੱਤੀ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਨਹੀਂ ਹੋਣ ਦਿੱਤੀ, ਵੀ ਅਸੀਂ ਆਪਣੇ ਸਿਪਾਹੀਆਂ ਦੇ ਜਾਂ ਪੁਲਿਸ ਵਾਲਿਆਂ ਦੇ ਸੱਟਾਂ ਵੀ ਮਰਵਾ ਲਈਆਂ ਤਾਂ ਵੀ ਅਸੀਂ ਰਿਐਕਸ਼ਨ ਨਹੀਂ ਕੀਤਾ। ਤੇ ਉਹਦੇ ਨਾਲ ਕੀ ਹੋਇਆ ਕਿ ਜਿਉਂ ਹੀ ਇਹ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲੈ ਕੇ ਅਜਨਾਲਾ ਗਏ, ਮਤਲਬ ਉਹਦੀ ਢਾਲ ਬਣਾ ਕੇ ਅੱਗੇ ਲੈ ਕੇ ਗਏ, ਤਾਂ ਉਹਦੇ ਚੋਂ ਮਤਲਬ ਕਿ ਸਟੇਟ ਦਾ ਪਾਸਾ ਉੱਪਰ ਨੂੰ ਗਿਆ ਕਿ ਅਸੀਂ ਤੇ ਬਹੁਤ ਬਚਾ ਕੇ ਰੱਖਿਆ, ਪਰ ਇਹਨਾਂ ਲੋਕਾਂ ਨੇ ਜਾਣ ਬੁੱਝ ਕੇ ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰਾ ਲੈ ਕੇ ਮਾਹੌਲ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ। ਬਰਸਰ ਸਾਹਿਬ ਇੱਥੇ ਜਿਵੇਂ ਗੱਲ ਕੀਤੀ, ਇਹ ਦੋਸ਼ ਲੱਗਦਾ ਸੀ ਕਿ ਅੰਮ੍ਰਿਤਪਾਲ ਹੋਣਾ ਨੇ ਇੱਕ ਇੰਡੀਵਿਜੂਅਲ ਕੇਸ ਦੇ ਲਈ ਦਰਬਾਰ ਸਾਹਿਬ ਦੀ ਪਾਲਕੀ ਨੂੰ ਵਰਤਿਆ, ਉਹਨੂੰ ਅੱਗੇ ਲੈ ਕੇ ਤੇ ਉਹਦੀ ਢਾਲ ਬਣਾ ਕੇ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਚਲੇ ਗਏ। ਇਸ ਤਰ੍ਹਾਂ ਦੀ ਗੱਲ ਫਿਰ ਹੁਣ ਦੁਬਾਰੇ ਉੱਠੀ ਕਿ 1984 ਦੇ ਵਿੱਚ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਮਦਮੀ ਟਕਸਾਲ ਚੋਂ ਨਿਕਲ ਕੇ, ਚੌਂਕ ਮਹਿਤਾ ਚੋਂ ਨਿਕਲ ਕੇ ਪਹਿਲਾਂ ਗੁਰੂ ਨਾਨਕ ਨਿਵਾਸ 'ਚ ਆਉਂਦੇ ਆ, ਫਿਰ ਉਹ ਜਿਉਂ-ਜਿਉਂ ਬਲੂ ਸਟਾਰ ਦਾ ਟਾਈਮ ਨੇੜੇ ਆਉਂਦਾ ਫਿਰ ਉਹ ਅਕਾਲ ਤਖਤ ਦੇ ਵਿੱਚ ਚਲੇ ਜਾਂਦੇ ਆ। ਤੇ ਕੀ ਇਹ ਦੋਨੋਂ ਸਥਿਤੀਆਂ, ਭਾਵੇਂ 84 ਵਾਲੀ ਸਥਿਤੀ ਬਹੁਤ ਭਿਆਨਕ ਸੀ, ਤੇ ਇਹਨਾਂ ਨੂੰ ਜੇ ਅਸੀਂ ਜੋੜ ਕੇ ਵੇਖਣਾ ਹੋਵੇ, ਭੱਟੀ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਇਹੋ ਜਿਹਾ ਕੰਮ ਉਦੋਂ ਵੀ ਤੇ ਹੋਇਆ ਸੀ? ਦਰਬਾਰ ਸਾਹਿਬ ਦੀ ਢਾਲ ਬਣਾਉਣੀ ਚਾਹੀਦੀ ਸੀਗੀ ਉਸ ਵਕਤ? ਬਿਲਕੁਲ ਜੀ, ਬਿਲਕੁਲ। ਸਟੇਟ ਹੈ ਜਿਹੜੀ ਅਸਲ ਦੇ ਵਿੱਚ ਸਾਡੇ ਲੋਕ, ਸਾਡੀ ਸਿੱਖਾਂ ਦੀ ਲੀਡਰਸ਼ਿਪ ਖਾਸ ਕਰਕੇ ਬਿਲਕੁਲ ਨਹੀਂ ਸਮਝ ਸਕੇ ਕਿ ਉਹ ਕਰ ਕੀ ਰਹੇ ਨੇ ਜੀ। ਇਹ ਬੜਾ ਟੈਸਟਡ ਫਾਰਮੂਲਾ ਹੈ, ਚਾਹੇ ਤੁਸੀਂ ਇਜ਼ਰਾਈਲ ਦੇ ਵਿੱਚ ਫਿਲਿਸਤੀਨ ਦਾ ਦੇਖ ਲਓ, ਚਾਹੇ ਤੁਸੀਂ ਕਿਤੇ ਵੀ ਦੇਖ ਲਓ, ਇਹ ਪੁਰਾਣੇ ਸਮਿਆਂ ਤੋਂ ਹੀ ਸਟੇਟ ਹੈ। ਇਵਨ ਅੰਗਰੇਜ਼ਾਂ ਦੇ ਟਾਈਮ ਉਹ ਤੁਹਾਡੇ ਅੰਦਰਲਾ ਜਿਹੜਾ ਹਿੰਸਕ ਤੱਤ ਹੈ, ਜਿਹੜਾ ਗਰਮ ਹੋਣ ਵਾਲਾ ਤੱਤ ਹੈ, ਉਹਨੂੰ ਹਮੇਸ਼ਾ ਉਹ ਯੂਜ਼ ਕਰਦੇ ਨੇ, ਯੂਜ਼ ਕਰਦੇ। ਬਿਲਕੁਲ ਬਿਲਕੁਲ। ਪਰ ਇਹ ਸਾਨੂੰ ਆਪਣਾ ਜਿਹੜਾ ਇਹ ਹੈ ਕਿ ਕੰਟਰੋਲ ਰੱਖ ਕੇ ਜਾਂ ਇਹਨੂੰ ਸਮਝਦੇ ਹੋਏ ਸਾਜ਼ਿਸ਼ ਨੂੰ ਅੱਗੇ ਤੁਰਨ ਦੀ ਬਜਾਏ, ਮਤਲਬ ਅਸੀਂ ਬਾਰ-ਬਾਰ ਉਹਦੇ ਵਿੱਚ ਜਾ ਕੇ ਉਸ ਟ੍ਰੈਪ ਦੇ ਵਿੱਚ ਫਸਦੇ ਹਾਂ
ਤੇ ਫਿਰ ਅਸੀਂ ਬਾਅਦ ਦੇ ਵਿੱਚ ਰੋਂਦੇ ਰਹਿੰਦੇ ਹਾਂ ਇਸ ਗੱਲ ਦੇ ਉੱਪਰ। ਬਰਸਰ ਸਾਹਿਬ, ਤੁਸੀਂ ਮੇਰੀ ਗੱਲ ਨੂੰ ਤਾਇਦ ਕਰਦੇ ਹੋ ਜਾਂ ਤੁਸੀਂ ਕੁਝ ਇਹਦੇ ਤੇ ਵੱਖਰਾ ਕਹਿਣਾ ਚਾਹੋਗੇ? ਮੈਂ ਤੁਹਾਡੀ ਗੱਲ ਨੂੰ ਤਾਇਦ ਹੀ ਕਰਦਾ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲ 'ਚ ਅਜਨਾਲੇ ਵਾਲੀ ਘਟਨਾ ਤੋਂ ਬਾਅਦ ਅੰਮ੍ਰਿਤਪਾਲ ਬੁਰੀ ਤਰ੍ਹਾਂ ਸਿੱਖਾਂ 'ਚੋਂ ਨਿਖੇੜ ਦਿੱਤਾ ਗਿਆ ਜੀ। ਕਿ ਜੋ ਇਸ ਪੰਗੇ 'ਚ ਨਾ ਪੈਂਦਾ ਤਾਂ ਹੋ ਸਕਦਾ ਕੁਝ ਦੇਰ ਉਹਦਾ ਇਹ ਚੱਲਦਾ ਰਹਿੰਦਾ ਵਜ਼ੀਰ। ਉਸ ਤੋਂ ਬਾਅਦ ਸਿੱਖਾਂ 'ਚ ਜੀ, ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਦੋਸ਼ ਲੱਗਦਾ ਕਿ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਬਲੂ ਸਟਾਰ ਆਪਰੇਸ਼ਨ ਦੇ ਪਿੱਛੇ ਵੀ ਏਜੰਸੀਆਂ ਕੰਮ ਕਰਦੀਆਂ ਸੀ, ਭਿੰਡਰਾਂਵਾਲੇ ਦੇ ਪਿੱਛੇ ਵੀ ਏਜੰਸੀਆਂ ਕੰਮ ਕਰਦੀਆਂ ਸੀ, ਕਿਉਂਕਿ GBS ਸਿੱਧੂ ਹੋਣਾ ਨੇ ਕਨਸਪੀਰੇਸੀ ਆਫ ਖਾਲਿਸਤਾਨ ਦੇ ਵਿੱਚ ਬੜਾ ਸਪਸ਼ਟ ਲਿਖਿਆ ਹੋਇਆ। ਇਸੇ ਤਰ੍ਹਾਂ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਸਤੀਸ਼ ਜੈਕਬ ਤੇ ਮਾਰਕ ਟੁੱਲੀ ਹੋਣਾ ਦੀ ਕਿਤਾਬ ਦੇ ਵਿੱਚ ਬੜਾ ਸਪਸ਼ਟ ਲਿਖਿਆ ਹੋਇਆ ਕਿ ਕਾਂਗਰਸ ਦੇ ਵਿੱਚ ਦੋ ਧੜੇ ਸੀ, ਗਿਆਨੀ ਜ਼ੈਲ ਸਿੰਘ ਤੇ ਦਰਬਾਰਾ ਸਿੰਘ ਦਾ। ਉਸ ਟਸ਼ਲ ਦੇ ਵਿੱਚੋਂ ਜਿਹੜੀ ਆ ਇਹ ਗੱਲ ਨਿਕਲੀ ਕਿ ਇੱਥੇ ਇੱਕ ਸੰਤ ਖੜਾ ਕੀਤਾ ਜਾਵੇ। ਉਹ ਸੰਤ ਦੀ ਜਿਹੜੀ ਚੋਣ ਹੈ, ਕੁਰਾ ਜਿਹੜਾ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਪਿਆ, ਉਹਨੂੰ ਸਰਕਾਰ ਨੇ ਖੜਾ ਕੀਤਾ। ਪਰ ਕੁਝ ਸਮੇਂ ਬਾਅਦ ਭਿੰਡਰਾਂ ਵਾਲਾ ਹੋਣਾ ਹੀ ਆਪਣੇ ਆਪ ਨੂੰ ਪਾਵਰਫੁਲ ਸਮਝਣ ਲੱਗ ਪਏ ਤੇ ਉਹਨਾਂ ਨੇ ਇਹਨਾਂ ਤੋਂ ਵੱਖ ਕਰ ਲਿਆ। ਫਿਰ ਏਜੰਸੀਆਂ ਨੇ ਉਹਨੂੰ ਘੇਰ ਕੇ ਖਤਮ ਕਰ ਦਿੱਤਾ। ਤੁਹਾਨੂੰ ਕੀ ਲੱਗਦਾ ਏਜੰਸੀਆਂ ਕੰਮ ਕਰ ਰਹੀਆਂ ਨੇ ਇਹਦੇ ਪਿੱਛੇ? ਔਰ GBS ਸਿੱਧੂ ਨੇ ਬੜਾ ਸਪਸ਼ਟ ਲਿਖਿਆ ਕਿ ਪੰਜਾਬ ਨੂੰ ਬਲੂ ਸਟਾਰ ਆਪਰੇਸ਼ਨ ਤੱਕ ਲਿਜਾਣ ਵਾਸਤੇ ਦੋ ਕਿਸਮ ਦੇ ਆਪਰੇਸ਼ਨ ਤਿਆਰ ਕੀਤੇ ਸੀਗੇ, ਆਪਰੇਸ਼ਨ 1 ਐਂਡ ਆਪਰੇਸ਼ਨ 2। ਦਿੱਲੀ ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਜਿਹੜੀ ਆ ਉਹ ਗੱਲ ਕਰਦੇ ਆ ਔਰ ਉਹਨਾਂ ਨੂੰ ਲਾਗੂ ਕੀਤਾ ਗਿਆ। ਤੁਹਾਨੂੰ ਕੀ ਲੱਗਦਾ ਏਜੰਸੀਆਂ ਇਹ ਕੰਮ ਕਰ ਲੈਂਦੀਆਂ ਨੇ ਇਸ ਢੰਗ ਨਾਲ? ਦੇਖੋ ਬੜਾ ਸਾਹਿਬ, ਜਦੋਂ ਵੀ ਕੋਈ ਹਥਿਆਰਬੰਦ ਲਹਿਰ ਉੱਠਦੀ ਹੈ ਜਾਂ ਉੱਠਣ ਦੇ ਮਤਲਬ ਕਿ ਮੂਡ 'ਚ ਹੁੰਦੀ ਆ, ਇਹ ਦੁਨੀਆ ਭਰ 'ਚ ਆਪਾਂ ਦੇਖਦੇ ਹਾਂ, ਰਸ਼ੀਆ ਤੋਂ ਲੈ ਕੇ ਚਾਈਨਾ, ਫਿਲਸਤੀਨ ਤੇ ਆਪਣਾ ਫਿਲੀਪਾਈਨ ਵਗੈਰਾ, ਜਿੱਥੇ ਜਿੱਥੇ ਵੀ ਕਮਿਊਨਿਸਟ ਲਹਿਰਾਂ ਉੱਠੀਆਂ ਨੇ, ਕਿਊਬਾ 'ਚ ਉੱਠੀਆਂ ਨੇ, ਜਾਂ ਹਿੰਦੁਸਤਾਨ 'ਚ ਨਕਸਲਵਾੜੀ ਲਹਿਰ ਉੱਠੀ ਆ, ਸਟੇਟ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਬੰਦੇ ਕਿਸੇ ਨਾ ਕਿਸੇ ਤਰ੍ਹਾਂ ਵਿੱਚ ਘੁਸਪੈਠ ਕਰਾ ਕੇ ਉਹਨੂੰ ਡਰੇਲ ਕੀਤਾ ਜਾਵੇ ਜੀ। ਇਹ ਕੋਈ ਵੱਖਰੀ ਗੱਲ ਨਹੀਂ ਹੈਗੀ ਵੀ ਸਿੱਖਾਂ 'ਚ ਨਾਲ ਇਹ ਹੋਇਆ ਜਾਂ ਫਲਾਣੇ ਨਾਲ ਇਹ ਹੋਇਆ। ਇਹ ਸਟੇਟ ਦਾ ਇੱਕ ਆਪਣਾ ਪੈਟਰਨ ਆ ਵੀ ਉਹਨਾਂ ਨੇ ਹਥਿਆਰਬੰਦ ਮੂਵਮੈਂਟਾਂ ਨੂੰ ਕਿੱਦਾਂ ਕੁਚਲਣਾ ਤੇ ਕਿੱਦਾਂ ਆਪਣੀ ਸਟੇਟ ਸੱਤਾ ਨੂੰ ਬਚਾ ਕੇ ਰੱਖਣਾ ਜੀ। ਤੇ ਪਰ ਸੋਚਣਾ ਤਾਂ ਇਹ ਹੈ ਕਿ ਅਸੀਂ ਉਸ ਜਾਲ 'ਚ ਵਾਰ-ਵਾਰ ਕਿਉਂ ਫਸਦੇ ਹਾਂ। ਜੀ ਜੀ ਬਤਰਾ ਸਾਹਿਬ, ਮੈਂ ਤੁਹਾਨੂੰ ਚੱਲਦੇ ਇਸ ਤੋਂ ਬਾਅਦ ਸਿਰ ਭੱਟੀ ਸਾਹਿਬ ਦਾ ਕਮੈਂਟ ਅਸੀਂ ਲਵਾਂਗੇ। ਬਤਰਾ ਸਾਹਿਬ, ਤੁਹਾਨੂੰ ਕੀ ਲੱਗਦਾ ਮੀਡੀਆ ਇਸ ਵਕਤ, ਮੀਡੀਆ ਦਾ ਜੋ ਮਿਸ਼ਨ ਹੁੰਦਾ ਹੈ ਸੁਸਾਇਟੀ ਨੂੰ ਰੌਸ਼ਨੀ ਦੇਣੀ, ਮੀਡੀਆ ਸ਼ਬਦ ਜਿਹੜਾ ਉਹ ਮੀਡੀਅਮ ਤੋਂ ਆਇਆ। ਮੀਡੀਅਮ ਮਤਲਬ ਵਿਚਲਾ, ਉਹ ਇੱਧਰ ਦੀ ਗੱਲ ਵੀ ਸੁਣਦਾ ਹੈ, ਇੱਧਰ ਦੀ ਗੱਲ ਵੀ ਸੁਣਦਾ ਹੈ, ਦੋਨੋਂ ਸੁਣ ਕੇ ਸੁਸਾਇਟੀ ਤੱਕ ਦਿੰਦਾ ਹੈ। ਔਰ ਮੀਡੀਆ ਸ਼ਬਦ ਜਿਹੜਾ ਮੀਡੀਅਮ ਤੋਂ ਮੀਡੀਆ ਬਣ ਗਿਆ, ਪਲੂਰਲ ਬਣ ਗਿਆ। ਅੱਜ ਦਾ ਮੀਡੀਆ, ਕਈ ਮੀਡੀਆ ਆ ਗਏ, ਸੋਸ਼ਲ ਮੀਡੀਆ ਆ ਗਿਆ, ਮੇਨ ਸਟ੍ਰੀਮ ਮੀਡੀਆ ਆ ਗਿਆ, ਨਿਊਜ਼ਪੇਪਰ ਆ ਗਏ, ਆਨਲਾਈਨ ਆ ਗਿਆ। ਕੀ ਇਹ ਸਾਡੀ ਸੁਸਾਇਟੀ ਨੂੰ ਮੀਡੀਆ ਦਾ, ਮਿਡਲਮੈਨ ਦਾ, ਇੱਕ ਵਿਚਕਾਰਲੇ ਬੰਦੇ ਦਾ ਕੰਮ ਕਰ ਰਿਹਾ ਹੈ, ਜਾਂ ਧਿਰ ਬਣ ਜਾਂਦਾ ਕਦੇ ਇੱਧਰ, ਜਾਂ ਜਿੱਧਰੋਂ ਪੈਸੇ ਮਿਲ ਜਾਣ ਉੱਧਰ ਖੜਾ ਹੋ ਜਾਂਦਾ ਤੇ ਜਿੱਧਰੋਂ ਨਾ ਮਿਲਣ ਉਹਨਾਂ ਦੇ ਵਿਰੋਧ ਚੱਲਣ ਲੱਗ ਪੈਂਦਾ? ਮੈਨੂੰ ਲੱਗਦਾ ਜਿਹੜੀ ਤੁਹਾਡੀ ਦੂਸਰੀ ਗੱਲ ਹੈ ਵੀ ਧਿਰ ਬਣ ਜਾਂਦਾ ਮੀਡੀਆ, ਉਹ ਜ਼ਿਆਦਾ ਠੀਕ ਹੈ ਗੱਲ, ਹਨਾ? ਕਿਉਂਕਿ ਮੀਡੀਆ ਜਿਹੜੀ ਹੈ, ਮੈਂ ਪਹਿਲੇ ਵੀ ਗੱਲ ਕੀਤੀ ਹੈ ਕਿ ਸਿਰਫ ਪੈਸੇ ਖਾਤਰ ਹੀ ਕਰ ਰਿਹਾ। ਜਿਹੜਾ ਮਿਸ਼ਨ ਸੀ ਪੱਤਰਕਾਰੀ ਦਾ ਉਹ ਤਾਂ ਖਤਮ ਹੋ ਗਿਆ, ਸਾਡੀ ਆਜ਼ਾਦੀ ਤੱਕ ਹੀ ਸੀਮਤ ਸੀਗਾ ਉਹ। ਉਸ ਤੋਂ ਬਾਅਦ ਤਾਂ ਉਹ ਖਤਮ ਹੀ ਹੋ ਗਿਆ, ਬਿਜ਼ਨਸ ਬਣ ਗਿਆ ਹੈ, ਪਿਓਰਲੀ ਬਿਜ਼ਨਸ ਜਿਹੜਾ ਹੈ ਹੁਣ ਐਜ਼ ਏ ਬਿਜ਼ਨਸ ਜਿਹੜਾ ਹੈ ਇਸ ਨੂੰ ਚੱਲ ਰਿਹਾ ਹੈ। ਬਲੈਕਮੇਲਿੰਗ ਵੀ ਹੋ ਰਹੀ ਹੈ, ਵੱਡੇ ਵੱਡੇ ਮਾਲਕਾਂ ਨਾਲ ਜਿਹੜੀ ਹੈ ਪੋਲੀਟੀਸ਼ੀਅਨਸ ਦੀ ਸਿੱਧੀ ਗੱਲ ਹੋ ਰਹੀ ਹੈ, ਹਨਾ? ਜੋ ਚਾਹੁੰਦੇ ਨੇ ਅਖਬਾਰਾਂ 'ਚ ਉਹੀ ਛਪ ਰਿਹਾ ਹੈ ਨਾ। ਤੁਹਾਨੂੰ ਲੱਗਦਾ ਕਿ ਇਸ ਵਕਤ ਪੱਤਰਕਾਰਾਂ ਨੂੰ ਤਾਂ ਮਾਈਨਸ ਕੀਤਾ ਜਾ ਰਿਹਾ। ਤੁਹਾਨੂੰ ਲੱਗਦਾ ਇਸ ਵਕਤ ਬਤਰਾ ਸਾਹਿਬ ਕੋਈ ਇੱਕ ਅਦਾਰਾ ਮੀਡੀਆ ਮਿਸ਼ਨ ਦੇ ਨਾਲ, ਸੁਸਾਇਟੀ ਦੀ ਗੱਲ ਕਰਨ ਦੇ ਨਾਲ ਕੰਮ ਕਰ ਰਿਹਾ ਕਿ ਬਿਲਕੁਲ ਆਵਾ ਹੀ ਉਤਿਆ ਗਿਆ? ਜਸਟ ਕਹਿਣ ਨੂੰ ਜਿਹੜੀ ਹੈ 0.1% ਜਿਹੜਾ ਹੈ ਕਹਿ ਸਕਦੇ ਹਾਂ ਕਿ ਮੀਡੀਆ ਉਸ ਕਿਸਮ ਦਾ ਹੈ, ਕਿਉਂਕਿ ਅੱਜ ਕੱਲ ਜਿਹੜੀ ਹੈ ਮੀਡੀਆ ਵੀ ਸਰਕਾਰ ਨੂੰ ਯੂਜ਼ ਕਰ ਰਿਹਾ ਤੇ ਸਰਕਾਰ ਵੀ ਜਿਹੜੀ ਹੈ ਉਹ ਮੀਡੀਆ ਨੂੰ ਯੂਜ਼ ਕਰ ਰਹੀ ਹੈ। ਸਿੱਧਾ ਜਿਹਾ ਗਿਵ ਐਂਡ ਟੇਕ ਜਿਹੜੇ ਨੇ ਇਹਨਾਂ ਦੇ ਰਿਲੇਸ਼ਨਸ ਨੇ, ਹਨਾ? ਤੇ ਮੈਨੂੰ ਤਾਂ ਨਹੀਂ ਲੱਗ ਰਿਹਾ ਕਿ ਮੀਡੀਆ ਕੋਈ, ਹਾਂ ਜਿੱਥੇ ਕਿਤੇ ਮੀਡੀਆ ਦਾ ਜਿੱਥੇ ਕੋਈ ਆਪਣਾ ਸਵਾਰਥ ਨਹੀਂ ਹੈਗਾ, ਆਪਣਾ ਕੋਈ ਪਰਪਸ ਨਹੀਂ ਹੈਗਾ, ਉੱਥੇ ਜ਼ਰੂਰ ਥੋੜੀ ਜਿਹੀ ਨਿਊਟਰਲ ਪੱਤਰਕਾਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਅਦਰਵਾਈਜ਼ ਜਿਹੜੇ ਹੈ ਜੀ, ਤਾਂ ਕਿ ਕਿਹਾ ਜਾ ਸਕੇ ਜੀ ਮੀਡੀਆ ਵਾਲੇ ਕਿ ਅਸੀਂ ਨਿਊਟਰਲ ਪੱਤਰਕਾਰ ਦੀ। ਭੱਟੀ ਸਾਹਿਬ, ਜਿੱਥੇ ਮਾਲਕ ਦਾ ਆਪਣਾ ਇੰਟਰਸਟ ਹੈ ਉਸ ਕਿਸਮ ਦੀ ਪੱਤਰਕਾਰੀ ਹੋ ਰਹੀ ਹੈ, ਜਿੱਥੇ ਪੱਤਰਕਾਰ ਦਾ ਆਪਣਾ ਇੰਟਰਸਟ ਹੈ ਉੱਥੇ ਉਸ ਕਿਸਮ ਦੀ ਪੱਤਰਕਾਰੀ ਜਿਹੜੀ ਹੈ। ਭੱਟੀ ਸਾਹਿਬ, ਚੱਲਦੇ ਜਾਣਨਾ ਚਾਹਾਂਗੇ, ਇੱਕ ਫੈਕਟਰ ਹੈ ਇਸ ਸਾਰੇ ਦੇ ਵਿੱਚ ਸਾਡਾ ਸੰਤ ਸਮਾਜ, ਸਾਡੇ ਡੇਰੇ,
ਸਾਡੀ ਰਾਜਨੀਤੀ ਉਹਦੇ ਨਾਲ ਹੈ ਜੁੜੀ ਹੋਈ। ਤੁਹਾਨੂੰ ਕੀ ਲੱਗਦਾ ਕਿ ਕੁਝ ਸਾਨੂੰ ਰਾਹ ਦਿਖਾਉਣਗੇ ਕਿ ਹਾਲੇ ਅਸੀਂ ਹੋਰ ਭਟਕਣਾ ਹੈ, ਹੋਰ ਖਿਲਰਨਾ ਹੈ ਅਸੀਂ? ਵੈਸਾ ਮੈਂ ਕੋਈ ਗੱਲ ਕਹੂੰਗਾ ਕਿ ਸੰਤ ਸਮਾਜ ਨੂੰ ਲੈ ਲਓ, ਲੀਡਰਸ਼ਿਪ ਨੂੰ ਲੈ ਲਓ, ਤੁਸੀਂ ਮੀਡੀਆ ਦਾ ਬਤਰਾ ਸਾਹਿਬ ਨੇ ਕਿਹਾ ਉਹਦੇ ਪਿੱਛੇ ਕਾਰਪੋਰੇਟ ਵਰਲਡ ਨੂੰ ਲੈ ਲਓ, ਕਦੇ ਵੀ ਮਨੁੱਖਤਾ ਦੀ ਹਿਸਟਰੀ ਦੇ ਵਿੱਚ ਜਿਹੜੇ ਡਿਫਾਈਨਿੰਗ ਮੂਮੈਂਟ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਚੇਤਨਾ ਨਵੀਂ ਆਉਂਦੀ ਹੈ, ਲੋਕ ਚੇਤਨ ਹੁੰਦੇ ਨੇ। ਜਿਹੜੇ ਸਾਡੇ ਡੇਰੇ ਨੇ ਬੇਸਿਕਲੀ ਉਹ ਜਿਹੜੀ ਗੁਰੂਆਂ ਦੇ ਟਾਈਮ ਚੇਤਨਾ ਜਾਗੀ ਸੀ ਉਹਦੇ ਤੋਂ ਥੱਲੇ ਜਾਣ ਦੀ ਨਿਸ਼ਾਨੀ ਹੁੰਦੀ ਜੀ। ਇਹ ਆਮ ਲੋਕਾਂ ਨੂੰ ਹੁਣ ਸਮਾਂ ਆ ਗਿਆ ਕਿ ਅਸੀਂ ਮਸੀਹੇ ਭਾਲਣੇ ਛੱਡੀਏ, ਮਤਲਬ ਅਸੀਂ ਆਪ ਚੇਤਨ ਹੋਈਏ। ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਉਸ ਚੇਤਨਾ ਦਾ ਹੀ ਸਾਰਾ ਹੋ ਰਿਹਾ ਹੈ ਕਿ ਜਿਹੜੀਆਂ ਸੰਸਥਾਵਾਂ ਨੇ, ਜਿਹੜੇ ਐਸਟੈਬਲਿਸ਼ਡ ਚੀਜ਼ਾਂ ਨੇ ਉਹ ਬੇਸਿਕਲੀ ਡਿਸਫੰਕਸ਼ਨਲ ਹੋ ਗਈਆਂ ਨੇ। ਸਾਨੂੰ ਨਵੇਂ ਰਸਤੇ ਲੱਭਣੇ ਪੈਣਗੇ, ਆਊਟ ਆਫ ਦ ਬਾਕਸ ਸੋਚਣਾ ਪਊਗਾ। ਪਰ ਜਿਹੜੇ ਸਾਨੂੰ ਬਾਰ-ਬਾਰ ਪਰੋਸ ਦਿੱਤੀ ਜਾਂਦੀ ਹੈ ਚੀਜ਼ ਕਿ ਤੁਸੀਂ ਹਮੇਸ਼ਾ ਹੀ ਮਤਲਬ ਜਾਂ ਅਸੀਂ ਬਹੁਤ ਹੀਰੋ ਮਤਲਬ ਯੋਧੇ ਆ ਅਸੀਂ ਜਾਂ ਅਸੀਂ ਵਿਕਟਮ ਆ, ਇਹ ਸਾਰੀਆਂ ਕੌਮਾਂ 'ਚ ਵੇਚਿਆ ਜਾਂਦਾ ਹੈ। ਮੁਸਲਮਾਨਾਂ ਕੋਲ ਕਰਬਲਾ ਹੈ, ਉਹਨਾਂ ਕੋਲ ਹੋਲੋਕਾਸਟ ਹੈ, ਯਹੂਦੀਆਂ ਦੇ ਕੋਲ ਉਹਨਾਂ ਦਾ ਕ੍ਰਾਈਸਟ ਸੂਲੀ ਟੰਗਿਆ ਹੋਇਆ ਹੈ, ਆਪਣੇ ਕ੍ਰਿਸਚੀਅਨਸ ਦਾ। ਅਸੀਂ ਆਪਣੀ ਜਿਹੜੀ ਪੀੜਾ ਹੈ ਉਹਦੇ ਉੱਪਰ ਖੜੀਆਂ ਜਥੇਬੰਦੀਆਂ ਨੇ ਸਾਰੀਆਂ, ਇਹ ਉਹਦਾ ਬਿਜ਼ਨਸ ਹੈ। ਸਾਨੂੰ ਇਹਦੋਂ ਜਾਗ ਕੇ ਸਾਰੀ ਮਨੁੱਖਤਾ ਦੀ ਏਕਤਾ ਵੱਲੋਂ, ਸਾਰੀ ਕਾਮਨ ਮਨੁੱਖੀ ਚੇਤਨਾ ਵੱਲੋਂ ਤੁਰਨਾ ਪਊ। ਸਿੱਖੀ ਦਾ ਸੁਨੇਹਾ ਇਹੀ ਹੈ। ਪਰ ਜਿੰਨੀ ਦੇਰ ਅਸੀਂ ਤੁਰਦੇ ਰਹਾਂਗੇ ਇਹ ਇੱਦਾਂ ਹੀ ਰਹੂਗਾ। ਲਾਸਟ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ, ਅਮਰਤਪਾਲ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਰੋਡੇ ਪਿੰਡ ਦੇ ਵਿੱਚ, ਉਹ 'ਚ ਮੀਡੀਆ ਵੀ ਰਲਿਆ ਹੋਇਆ ਸੀ, ਉਹ 'ਚ ਸਟੇਟ ਵੀ ਰਲੀ ਹੋਈ ਸੀ। ਉਹਦੇ 'ਚ ਜਾ ਕੇ ਆਰਾਮ ਨਾਲ ਬੈਠ ਕੇ ਕਥਾ ਕਰਕੇ ਹਰ ਪਿੰਡ ਦੇ ਲੋਕਾਂ ਨੇ ਬਿਲਕੁਲ ਨੰਗਾ ਹੀ ਕਰਤਾ ਕਿ ਕੋਈ ਇੱਕ ਮਸਲਾ ਨਹੀਂ ਉੱਠਿਆ, ਕੋਈ ਗੱਲ ਨਹੀਂ। ਮਤਲਬ ਇਹ ਸਾਡੇ ਲਈ ਪਲੈਨਡ ਚੀਜ਼ਾਂ ਨੇ। ਸਾਡੀ ਜਿਹੜੀ ਚੇਤਨਾ ਦਾ ਲੈਵਲ ਹੈ ਉਹਨੂੰ ਮੈਨੀਪੂਲੇਟ ਕਰਕੇ ਸਾਨੂੰ ਯੂਜ਼ ਕਰਨ ਦੀਆਂ। ਸੋ ਜੀ ਭੱਟੀ ਸਾਹਿਬ, ਬਹੁਤ ਵਧੀਆ ਗੱਲ ਹੈ ਕਿ ਸਾਡੀ ਚੇਤਨਾ ਨੂੰ ਮੈਨੂਪੂਲੇਟ ਕੀਤਾ ਜਾਂਦਾ ਹੈ, ਡਰਾਮਾਟਾਈਜ਼ ਕਰਕੇ ਸਾਡੇ ਅੱਖਾਂ ਦੇ ਉੱਤੇ ਪਰਦੇ ਪਾਏ ਜਾਂਦੇ ਆ। ਔਰ ਇਹਦੇ ਲਈ ਸਾਡੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ, ਆਮ ਆਦਮੀ ਪਾਰਟੀ ਹੈ, ਅਕਾਲੀ ਦਲ ਹੈ, ਜਿੰਨੀਆਂ ਵੀ ਪਾਰਟੀਆਂ ਨੇ, ਇਹਨਾਂ ਪਾਰਟੀਆਂ ਨੇ ਜੇਕਰ ਸਿਰਫ ਆਪਣੀਆਂ ਕੁਰਸੀਆਂ ਲਈ ਹੀ ਸਭ ਕੁਝ ਕਰਨਾ ਹੈ ਤੇ ਇਹ ਬਹੁਤ ਵੱਡਾ ਧਰੋਹ ਪੰਜਾਬੀਆਂ ਨਾਲ, ਸਿੱਖਾਂ ਨਾਲ, ਦੇਸ਼ ਨਾਲ ਕਰ ਰਹੇ ਨੇ। ਤੇ ਜੇਕਰ ਇਹ ਆਪਣੀਆਂ ਲੀਹਾਂ ਬਦਲ ਕੇ ਪੰਜਾਬ ਨੂੰ ਪ੍ਰੋਸਪਰਸ ਕਰਨਾ ਚਾਹੁੰਦੇ ਆ ਤਾਂ ਫਿਰ ਭਗਵੰਤ ਮਾਨ ਦਾ ਉਹ ਸੁਪਨਾ ਵੀ ਪੂਰਾ ਹੋ ਸਕਦਾ ਹੈ ਕਿ ਪੰਜਾਬੀ ਵਾਪਸ ਆਉਣੇ ਸ਼ੁਰੂ ਹੋ ਜਾਣਗੇ। ਪਰ ਇਹ ਸੁਪਨਾ ਹਾਲੇ ਏਡੀ ਛੇਤੀ ਪੂਰਾ ਨਹੀਂ ਹੋ ਰਿਹਾ ਕਿਉਂਕਿ ਧੜਾ ਧੜ ਸਾਡੇ ਪੰਜਾਬੀ ਜਾ ਰਹੇ ਨੇ। ਔਰ ਪਿਛਲੇ ਸਮੇਂ ਦੇ ਵਿੱਚ ਜੋ ਹਾਲਾਤ ਬਣੇ ਆ ਉਹਦੇ ਵਿੱਚ ਘਰਾਂ ਨੇ ਇਹ ਗੱਲ ਕਹੀ ਆ ਬੱਚਿਆਂ ਨੇ ਕਿ ਇਹੋ ਜਿਹੇ ਹਾਲਾਤ ਵਿੱਚ ਅਸੀਂ ਆਪਣੇ ਬੱਚੇ ਇੱਥੇ ਰੱਖ ਕੇ ਕਰਨਾ ਕੀ ਹੈ। ਭਾਵੇਂ ਸਰਕਾਰਾਂ ਜਿੰਨੇ ਮਰਜ਼ੀ ਇਸ਼ਤਿਹਾਰ ਦੇ ਲੈਣ, ਇੰਨੇ ਰੁਜ਼ਗਾਰ ਦੇ ਦਿੱਤੇ ਗਏ, ਇੰਨੇ ਸਕੂਲ ਖੋਲ੍ਹ ਦਿੱਤੇ ਗਏ, ਇੰਨੀਆਂ ਸੜਕਾਂ ਖੋਲ੍ਹ ਦਿੱਤੀਆਂ ਗਈਆਂ। ਇਹ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ, ਅਮਰਿੰਦਰ ਵੇਲੇ ਵੀ ਹੁੰਦਾ ਰਿਹਾ, ਇਹ ਬਾਦਲ ਸਾਹਿਬ ਵਾਲੇ ਵੀ ਹੁੰਦਾ ਰਿਹਾ। ਚੰਨੀ ਸਾਹਿਬ ਨੇ ਇਸ਼ਤਿਹਾਰਾਂ ਦੇ ਇਸ਼ਤਿਹਾਰ ਲਾ ਦਿੱਤੇ ਸੀ ਸੜਕਾਂ ਤੇ ਹੁਣ ਮਾਨ ਸਾਹਿਬ ਨੇ ਵੀ ਇਸ਼ਤਿਹਾਰਾਂ ਦਾ ਜਿਹੜੀ ਉਹ ਬੱਲੇ ਬੱਲੇ ਕਰਾ ਦਿੱਤੀ ਹੋਈ ਹੈ। ਇਸ਼ਤਿਹਾਰਾਂ ਦੇ ਨਾਲ ਗੱਲ ਨਹੀਂ ਬਣਨੀ। ਲੋਕਾਂ ਦੇ ਦਿਲਾਂ ਵਿੱਚ ਇਸ਼ਤਿਹਾਰ ਜਿੰਨਾ ਚਿਰ ਤੁਸੀਂ ਨਹੀਂ ਲਾਓਗੇ ਉਹਨਾਂ ਚਿਰ ਸਾਡੇ ਪੰਜਾਬ ਦੀ ਜਿਹੜੀ ਤਰਾਸਦੀ ਚੋਂ ਅਸੀਂ ਨਹੀਂ ਨਿਕਲਣਾ। ਔਰ ਇਸ ਦੁਆ ਨਾਲ ਕਿ ਅਸੀਂ 84 ਵਾਲੇ ਪਾਸੇ ਨਹੀਂ ਵਧਾਂਗੇ, ਅਸੀਂ ਕਿਸੇ ਹੋਰ ਚੰਗੇ ਮਾਹੌਲ ਵੱਲ ਵਧੀਏ। ਸਾਡਾ ਇਹ ਡਿਬੇਟ ਸ਼ੁਰੂ ਕਰਨ ਦਾ ਜਿਹੜਾ ਮਤਲਬ ਹੈ, ਜਿਹੜਾ ਅਸੀਂ ਸੋਮਵਾਰ ਤੋਂ ਮੰਗਲਵਾਰ ਤੱਕ 5 ਜੂਨ ਤੋਂ ਸ਼ੁਰੂ ਕਰ ਰਹੇ ਹਾਂ 6 ਤੋਂ 7 ਵਜੇ ਤੱਕ, ਸਾਡਾ ਮਕਸਦ ਹੈ ਕਿ ਅਸੀਂ ਪਿਆਰ ਨਾਲ ਬੈਠ ਕੇ ਇੱਕ ਦੂਜੇ ਦੀ ਗੱਲ ਸੁਣ ਕੇ ਤੁਹਾਡੇ ਤੱਕ ਪਹੁੰਚਾ ਸਕੀਏ। ਸਾਡਾ ਬਿਲਕੁਲ ਮਕਸਦ ਨਹੀਂ ਕਿ ਸਾਡੇ ਪਾਰਟਿਸਪੈਂਟਸ ਇੱਕ ਦੂਜੇ ਨਾਲ ਤੂੰ ਮੈਂ ਉਹਨਾਂ ਦੇ ਪੋਤੜੇ ਫੋਲਣ ਦੀ ਗੱਲ ਕਰਨ, ਉਹ ਲੜਦੇ ਰਹਿਣ ਤੇ ਫਿਰ ਅਸੀਂ ਉਹਨਾਂ ਚੀਜ਼ਾਂ ਨੂੰ ਵਾਇਰਲ ਕਰੀਏ। ਸਾਡਾ ਬਿਲਕੁਲ ਉਦੇਸ਼ ਨਹੀਂ। ਸਾਡੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਸਾਡੇ ਦਰਸ਼ਕ ਵੀ ਜੁੜ ਸਕਦੇ ਆ ਉਸ ਪ੍ਰੋਗਰਾਮ ਦੇ ਵਿੱਚ, ਬੜੀ ਸ਼ਾਇਸਤਗੀ ਨਾਲ, ਬੜੇ ਇੱਕ ਆਪਣੇ ਠਰਮੇ 'ਚ ਰਹਿ ਕੇ ਤੁਸੀਂ ਆਪਣੀ ਗੱਲ ਕਰ ਸਕਦੇ ਹੋ। ਬਿਨਾਂ ਝੂਠੇ ਇਲਜ਼ਾਮਾਂ ਤੋਂ, ਬਿਨਾਂ ਕਿਸੇ ਦੀ ਇਲਜ਼ਾਮ ਤਰਾਸ਼ੀ ਤੋਂ ਆਪਾਂ ਇਸ ਪ੍ਰੋਗਰਾਮ ਨੂੰ ਤੁਹਾਡੀ ਮਦਦ ਦੇ ਨਾਲ, ਸਾਡੇ ਜਿਹੜੇ ਐਕਸਪਰਟਸ ਨੇ ਉਹਨਾਂ ਦੀ ਮਦਦ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਚੇਤਨਤਾ ਦੀ ਗੱਲ ਕੀਤੀ ਹੈ ਭੱਟੀ ਸਾਹਿਬ ਨੇ, ਉਸ ਚੇਤਨਾ ਨੂੰ ਅਸੀਂ ਕਿਸੇ ਇੱਕ ਚੰਗੇ ਮੁਕਾਮ ਤੇ ਲੈ ਕੇ ਜਾ ਸਕੀਏ। ਭੱਟੀ ਸਾਹਿਬ, ਬਰਸਟ ਸਾਹਿਬ ਤੇ ਡਾਕਟਰ ਬਤਰਾ, ਤੁਹਾਡਾ ਅੱਜ ਦੇ ਇਸ ਸਾਡੇ ਪਹਿਲੇ ਕਰਟਨ ਰੇਜ਼ਰ ਪ੍ਰੋਗਰਾਮ ਪੰਜਾਬ ਡਿਬੇਟ ਦੇ ਵਿੱਚ ਸ਼ਾਮਲ ਹੋਣ ਲਈ ਸਾਡੇ ਵੱਲੋਂ, ਸਾਡੇ ਅਦਾਰੇ ਵੱਲੋਂ ਤੇ ਸਾਡੇ ਦਰਸ਼ਕਾਂ ਵੱਲੋਂ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਅੱਗੇ ਤੋਂ ਤੁਹਾਡਾ ਇਹ ਸਹਿਯੋਗ ਸਾਨੂੰ ਇਸੇ ਤਰ੍ਹਾਂ ਮਿਲਦਾ ਰਹੇਗਾ।